ਜਿਹੜੀ ਗੋਡ ਇਜ਼ ਵਨ ਦੀ ਫਿਲਾਸਫੀ ਆ ਉਹ ਮੈਂ ਕਿਉਂ ਨਹੀਂ ਮੰਨਦੀ ਕਿ ਗੋਡ ਇਜ਼ ਵਨ। ਇੱਕ ਓਂਕਾਰ ਦਾ ਮਤਲਬ ਸਿਰਫ ਗੋਡ ਇਜ਼ ਵਨ ਆ। ਜੇ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਦੇ ਵਿੱਚੋਂ ਕੁਝ ਨਿਕਲਿਆ ਹੈ ਤਾਂ ਉਹ ਇੰਨਾ ਛੋਟਾ ਨਹੀਂ ਹੋ ਸਕਦਾ, ਉਹ ਬਹੁਤ ਵਿਸ਼ਾਲ ਹੋਊਗਾ। ਜੇ ਮੇਰੀ ਭੈਣ ਇਸ ਧਰਮ ਦਾ ਹਿੱਸਾ ਨਹੀਂ ਬਣ ਸਕਦੀ ਫਿਰ ਮੈਂ ਵੀ ਨਹੀਂ ਬਣਦਾ। ਉਹ ਪੰਡਿਤ ਜਿਹਨੂੰ ਪੁੱਛਦੇ ਨੇ ਕਿ ਇਹ ਜਨੇਊ ਤੁਸੀਂ ਮੈਨੂੰ ਕਿਉਂ ਪਾਉਣਾ ਚਾਹੁੰਦੇ ਹੋ, ਤੁਸੀਂ ਹਿੰਦੂ ਧਰਮ ਦਾ ਹਿੱਸਾ ਬਣ ਜਾਓਗੇ, ਫਿਰ ਮੇਰੀ ਭੈਣ ਨੂੰ ਵੀ ਪਾਓ। ਪੰਡਿਤ ਜੀ ਕਹਿੰਦੇ ਨਹੀਂ, ਉਹਨੂੰ ਨਹੀਂ ਪੈ ਸਕਦਾ ਕਿਉਂਕਿ ਉਹ ਔਰਤ ਹੈ। ਹੁਣ ਰਜਨੀਸ਼ ਓਸ਼ੋ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਗੁਰੂ ਨਾਨਕ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਇੱਕ ਇੱਕ ਅੱਖਰ ਦੇ ਵਿੱਚ ਕਈ ਵੇਦ ਸਮਾਏ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਅੱਜ ਅਸੀਂ ਜਿਹੜੇ ਵਿਸ਼ੇ 'ਤੇ ਮੈਂ ਪਿਛਲੀ ਵਾਰੀ ਗੱਲ ਛੱਡੀ ਸੀ ਆਪਾਂ ਉਹ ਤੋਂ ਅੱਗੇ ਤੋਰਨੀ ਹੈ। ਮੈਂ ਤੁਹਾਡੇ ਨਾਲ ਪਿਛਲੇ ਸਮੇਂ ਤੱਕ ਇਹ ਗੱਲ ਕਰ ਚੁੱਕੀ ਹਾਂ ਕਿ ਪਿਛਲੇ ਐਪੀਸੋਡ ਵਿੱਚ ਆਪਾਂ ਇਹ ਗੱਲ ਕੀਤੀ ਸੀਗੀ ਕਿ ਇੱਕ ਓਂਕਾਰ ਅਤੇ ਓਮ, ਜਿਨ੍ਹਾਂ ਨੂੰ ਬਹੁਤੇ ਜਿਹੜੇ ਵੈਸਟਰਨ ਥਿੰਕਰਸ ਜਾਂ ਫਿਲੋਸਫਰਸ ਜਾਂ ਸਕੋਲਰਸ ਕਹਿ ਲਓ, ਜਿਨ੍ਹਾਂ ਨੇ ਇਹਨਾਂ ਨੂੰ ਇੱਕੋ ਹੀ ਮੰਨ ਕੇ ਚੱਲੇ ਕਿ ਇੱਕ ਓਂਕਾਰ ਅਤੇ ਓਮ ਇੱਕੋ ਹੀ ਗੱਲ ਆ, ਜਿਹਦੇ ਤੋਂ ਬਾਅਦ ਵਿੱਚ ਕੌਨਫਲਿਕਟ ਵੀ ਪੈਦਾ ਹੋਏ। ਉਹ ਬੇਸਿਕਲੀ ਦੋ ਅਲੱਗ-ਅਲੱਗ ਗੱਲਾਂ ਨੇ, ਦੋ ਅਲੱਗ-ਅਲੱਗ ਡਾਇਲੋਗਸ ਦੀ ਗੱਲ ਹੈ। ਓਮ ਅਲੱਗ ਹੈ, ਇੱਕ ਓਂਕਾਰ ਅਲੱਗ ਹੈ, ਦੋਨਾਂ ਦਾ ਆਪਸ 'ਚ ਕੋਈ ਕੰਪੀਟੀਸ਼ਨ ਹੈ ਨਹੀਂ। ਮੈਂ ਇਹ ਗੱਲ ਤੁਹਾਡੇ ਨਾਲ ਪਿਛਲੀ ਵਾਰੀ ਬੜੇ ਵਿਸਥਾਰ ਨਾਲ ਇਹ ਗੱਲ ਕੀਤੀ ਸੀ ਕਿ ਓਮ ਔਰ ਇੱਕ ਓਂਕਾਰ ਨੂੰ ਜਿਹੜਾ ਇੱਕ ਦੂਸਰੇ ਦੇ ਕੰਪੀਟੀਸ਼ਨ 'ਚ ਖੜਾ ਕਰਨਾ, ਬੇਸਿਕਲੀ ਇਹ ਇੱਕ ਉਹਨਾਂ ਦਾ ਡਿਵਾਈਡ ਐਂਡ ਰੂਲ ਪੋਲਿਸੀ ਦਾ ਇੱਕ ਬਹੁਤ ਵੱਡਾ ਅਹਿਮ ਸਟੈਪ ਵੀ ਸੀਗਾ ਔਰ ਜਿਹਦੇ ਵਿੱਚ ਬਹੁਤ ਹੋਰ ਲੋਕਾਂ ਨੇ ਵੀ ਉਹਨਾਂ ਦੀ ਹੈਲਪ ਕੀਤੀ। ਪ੍ਰੋਬਲਮ ਆਈ ਜਦੋਂ ਸਾਡੇ, ਕਿਉਂਕਿ ਉਹ ਵੈਸਟਰਨਰਸ ਜੋ ਵੀ ਜਿੰਨਾ ਕੁ ਉਹਨਾਂ ਨੂੰ ਸਮਝ ਪਊਗੀ ਉਹ ਉਸੇ ਸਮਝ ਦੇ ਵਿੱਚੋਂ ਹੀ ਇਹ ਕੰਮ ਕਰਨਗੇ। ਪ੍ਰੋਬਲਮ ਕਿੱਥੇ ਆਉਂਦੀ ਹੈ ਜਦੋਂ ਸਾਡੇ ਆਪਣੇ ਲੋਕ ਜਿਨ੍ਹਾਂ ਨੇ ਜਿਹੜੇ ਸਾਡੇ ਵਰਗੇ ਦਿਖਦੇ ਨੇ, ਜਿਨ੍ਹਾਂ ਨੂੰ ਆਪਾਂ ਸਿੱਖ ਸਕੋਲਰ ਬੋਲਦੇ ਹਾਂ, ਉਹ ਵੀ ਬਾਕਾਇਦਾ ਉਸੇ ਤਰ੍ਹਾਂ ਦੇ ਹੀ ਲੋਕਾਂ ਦੀ ਉਸੇ ਵੈਸਟਰਨ ਫਿਲੋਸਫੀ ਨੂੰ ਹੀ ਆਧਾਰ ਮੰਨ ਕੇ ਔਰ ਉਹਦੇ ਉੱਪਰ ਆਪਣੀ ਜਿਹੜੀ ਫਿਲੋਸਫੀ ਆ ਉਹ ਕੰਸਟਰਕਟ ਕਰਦੇ ਗਏ ਔਰ ਉਹਦੇ ਨਾਲ ਇਹ ਚੀਜ਼ਾਂ ਜਿਹੜੇ ਕੌਨਫਲਿਕਟ ਆ ਉਹ ਹੋਰ ਵੱਧਦੇ ਗਏ। ਕਿਉਂਕਿ ਇੱਕ ਓਂਕਾਰ ਓਮ ਔਰ ਇਹਨਾਂ ਦੋਵਾਂ ਦੇ ਵਿੱਚ ਜਿਹੜਾ ਇਹ ਕਦੀ ਕੰਪੀਟੀਸ਼ਨ ਵਿੱਚ ਸੀਗੇ ਨਹੀਂ, ਕੰਪੀਟੀਸ਼ਨ ਵਿੱਚ ਖੜੇ ਕਰ ਦੇਣ ਦੇ ਕਾਰਨ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੌਨਫਲਿਕਟ ਆ ਗਿਆ। ਮੈਂ ਪਿਛਲੀ ਵਾਰੀ ਵੀ ਇਹ ਗੱਲ ਕੀਤੀ ਸੀਗੀ ਕਿ ਸਾਨੂੰ ਚਾਹੀਦਾ ਇਹ ਸੀ, ਕਿਉਂਕਿ ਜਿਹੜਾ ਇੱਕ ਵੈਸਟਰਨ ਥਾਟ ਵਾਲਾ ਬੰਦਾ ਹੈ ਨਾ, ਉਹ ਸਿਰਫ ਅੱਖਰਾਂ ਨੂੰ ਫੜੂਗਾ ਔਰ ਅੱਖਰਾਂ ਨੂੰ ਫੜ ਕੇ ਉਹਨਾਂ ਦੀ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰੂਗਾ। ਹਜੇ ਕਿ ਮੈਂ ਇਹ ਗੱਲ ਅੱਜ ਆਪਾਂ ਕਰਾਂਗੇ ਕਿ ਇੱਕ ਓਂਕਾਰ ਦਾ ਜਿਹੜਾ ਅੱਖਰੀ ਮਤਲਬ ਹੈ ਉਹ ਵੀ ਓਮ ਨਹੀਂ ਬਣਦਾ, ਪਰ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ, ਵੈਸਟਰਨ ਥਾਟ ਦੀ ਪ੍ਰੋਬਲਮ ਹੈ, ਉਹਨਾਂ ਦੀ ਟਰਾਂਸਲੇਸ਼ਨਲ ਜਿਹੜੀਆਂ ਫਲੇਸਿਸ ਹੈਗੀਆਂ ਉਹ ਇਸੇ ਗੱਲ ਦੇ ਵਿੱਚੋਂ ਆਉਂਦੀਆਂ ਕਿਉਂਕਿ ਉਹ ਸਾਡੇ ਨਾ ਸਾਨੂੰ ਸਮਝਦੇ ਸੀ ਐਜ਼ ਅ ਪੀਪਲ, ਨਾ ਸਾਨੂੰ ਐਜ਼ ਅ ਕਲਚਰ ਕੁਝ ਸਮਝਦੇ ਸੀ। ਉਹਨਾਂ ਲਈ ਅਸੀਂ ਸਿਰਫ ਜਿਹੜੇ ਆ ਉਹ ਨੰਬਰਸ ਸੀਗੇ ਔਰ ਉਹਨਾਂ ਨੇ ਜੋ ਵੀ ਕੀਤਾ। ਸਾਨੂੰ ਚਾਹੀਦਾ ਇਹ ਸੀ ਕਿ ਜਿਹੜੇ ਸਾਡੇ ਆਪਣੇ ਇਤਿਹਾਸਕਾਰ ਨੇ, ਜਿਹੜੇ ਉਹ ਵਿਦਵਾਨ ਜਿਹੜੇ ਸਿੱਖ ਗੁਰਮਤ ਦੇ ਵਿੱਚੋਂ, ਜਿਹੜੇ ਗੁਰਮਤ ਅਤੇ ਗੁਰਬਾਣੀ ਦੇ ਆਧਾਰ ਦੇ ਉੱਤੇ ਆਪਣੀ ਜੀਵਨ ਜੀਂਦੇ ਰਹੇ ਨੇ ਔਰ ਉਹਦੇ ਵਿੱਚੋਂ ਉਸ ਐਕਸਪੀਰੀਅੰਸ ਦੇ ਵਿੱਚੋਂ ਉਹਨਾਂ ਨੇ ਜੋ ਲਿਖਿਆ, ਸਾਨੂੰ ਉਹਨਾਂ ਨੂੰ ਆਪਣਾ ਆਧਾਰ ਬਣਾ ਕੇ ਚੱਲਣਾ ਚਾਹੀਦਾ ਸੀ, ਜੋ ਆਪਾਂ ਨਹੀਂ ਕੀਤਾ। ਖੈਰ ਹੁਣ ਵੀ ਬਹੁਤ ਦੇਰ ਨਹੀਂ ਹੋਈ, ਹੁਣ ਵੀ ਸਾਨੂੰ ਆਪਣੇ ਜਿਹੜੇ ਸਾਡੇ ਆਪਣੇ ਵਿਦਵਾਨ ਆ ਉਹਨਾਂ ਵੱਲ ਨੂੰ ਹੋ ਤੁਰਨਾ ਚਾਹੀਦਾ। ਇਸੇ ਗੱਲ ਦੇ ਵਿੱਚੋਂ, ਇਸੇ ਫੈਲੇਸੀ ਦੇ ਵਿੱਚੋਂ, ਇਸੇ ਚੀਜ਼ ਦੇ ਵਿੱਚੋਂ ਨਿਕਲ ਕੇ ਆਈ ਉਹ ਪ੍ਰੋਬਲਮ ਜਿਹਦੀ ਮੈਂ ਗੱਲ ਪਿਛਲੀ ਵਾਰੀ ਕੀਤੀ ਸੀਗੀ ਕਿ ਇੱਕ ਓਂਕਾਰ ਨੂੰ ਸਿਰਫ ਗੋਡ ਇਜ਼ ਵਨ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਗਿਆ। ਉਹ ਜਿਹੜੀ ਗੋਡ ਇਜ਼ ਵਨ ਤੱਕ ਦੀ ਫਿਲੋਸਫੀ ਹੈ ਨਾ, ਕਿਉਂਕਿ ਇੱਕ ਓਂਕਾਰ ਦਾ ਮਤਲਬ ਸਿਰਫ ਗੋਡ ਇਜ਼ ਵਨ ਤੱਕ ਸੀਮਿਤ ਨਹੀਂ ਹੈ, ਇਸ ਤੋਂ ਅੱਗੇ ਹੈ। ਆਪਾਂ ਇਹਦੇ ਉੱਤੇ ਅੱਜ ਬੜੇ ਡਿਟੇਲ 'ਚ ਗੱਲ ਵੀ ਕਰਾਂਗੇ। ਪਰ ਇਹ ਹੋਇਆ ਕਿਉਂ? ਕਿਉਂਕਿ ਉਹਨਾਂ ਲੋਕਾਂ ਨੂੰ ਇੰਝ ਲੱਗਣਾ ਸ਼ੁਰੂ ਹੋ ਗਿਆ ਕਿ ਜੋ ਵੈਸਟ ਨੇ ਕਹਿ ਤਾ ਉਹਨਾਂ ਨੇ ਠੀਕ ਆ ਔਰ ਉਹਨਾਂ ਨੂੰ ਇੰਨੀ ਕੀ ਗੱਲ ਸਮਝ ਆਈ ਔਰ ਉਹਨਾਂ ਨੇ ਲਿਖਿਆ, ਆਪਾਂ ਉਹਨੂੰ ਦੁਹਰਾਉਂਦੇ ਗਏ। ਖੈਰ ਆਪਾਂ ਅੱਜ ਗੱਲ ਕਰਨੀ ਆ ਕਿ ਜਿਹੜੀ ਗੋਡ ਇਜ਼ ਵਨ ਦੀ ਫਿਲੋਸਫੀ ਆ ਉਹ ਮੈਂ ਕਿਉਂ ਨਹੀਂ ਮੰਨਦੀ ਕਿ ਗੋਡ ਇਜ਼ ਵਨ, ਇੱਕ ਓਂਕਾਰ ਦਾ ਮਤਲਬ ਸਿਰਫ ਗੋਡ ਇਜ਼ ਵਨ ਆ। ਜਦੋਂ ਮੈਂ ਸਾਰੇ ਜਿੰਨੇ ਵੀ ਬੁੱਧੀਜੀਵ ਜਾਂ ਜੋ ਵੀ ਸਕੋਲਰਸ ਨੇ ਉਹ ਜੋ ਵੀ ਬੋਲਿਆ ਹੈ ਅੱਜ ਤੱਕ ਉਹਦੇ ਵਿੱਚੋਂ ਦੇਖਦੀ ਹਾਂ ਤਾਂ ਮੈਨੂੰ ਸਭ ਤੋਂ ਜਿਹੜਾ ਸਟੀਕ ਆਨਸਰ ਮਿਲਦਾ ਹੈ ਉਹ ਮੈਨੂੰ ਮਿਲਦਾ ਹੈ ਭਾਈ ਸਾਹਿਬ ਸਿੰਘ ਹੋਣਾ ਕੋਲੋਂ। ਉਹਨਾਂ ਦੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਦਰਪਣ ਹੈ ਉਹ ਸਭ ਤੋਂ ਮੋਸਟ ਐਲੈਬੋਰੇਟਡ ਆਨਸਰ ਜੇ ਮੈਨੂੰ ਇੱਕ ਓਂਕਾਰ ਦਾ ਮਿਲਦਾ ਹੈ, ਉਹਦੀ ਟਰਾਂਸਲੇਸ਼ਨ ਦਾ ਜਾਂ ਉਹਦਾ ਜਿਹੜਾ ਇੱਕ ਜਸਟ ਹੈ ਉਹਨੂੰ ਸਮਝਣ ਦਾ ਜਿਹੜਾ ਮੈਨੂੰ ਮੌਕਾ ਦਿੰਦਾ, ਉਹ ਸਿਰਫ ਇਹ ਟੀਕਾ ਦਿੰਦਾ। ਹੁਣ ਇਹਦੇ ਵਿੱਚ ਭਾਈ ਸਾਹਿਬ ਸਿੰਘ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਜਿਹੜਾ ਇੱਕ ਓਂਕਾਰ ਹੈ ਉਹਨੂੰ ਆਪਾਂ ਬੋਲਦੇ ਹਾਂ ਇੱਕ ਓਂਕਾਰ। ਇਹ ਤਿੰਨ ਹਿੱਸਿਆਂ ਦੇ ਵਿੱਚੋਂ ਵੰਡਦੇ ਨੇ, ਇੱਕ, ਓਅੰਗ ਅਤੇ ਕਾਰ।
ਸਭ ਤੋਂ ਪਹਿਲਾਂ ਭਾਈ ਸਾਹਿਬ ਸਿੰਘ ਜਿਹੜੇ ਨੇ ਉਹ ਓਅੰਗ ਦੀ ਗੱਲ ਕਰਦੇ ਨੇ। ਹੁਣ ਓਅੰਗ ਨੂੰ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਓਅੰਗ ਜਿਹੜਾ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ। ਅਮਰਕੋਸ਼ ਦੇ ਅਕੋਰਡਿੰਗ ਉਹਨਾਂ ਨੇ ਉਹਦੇ 3 ਅਰਥ ਦੱਸੇ ਨੇ। ਵੇਦ ਆਦਿ ਧਰਮ ਪੁਸਤਕਾਂ ਦੇ ਆਰੰਭ ਦੇ ਵਿੱਚ ਜਾਂ ਕਿਸੇ ਚੰਗੇ ਪਵਿੱਤਰ ਕੋਈ ਧਰਮ ਕਾਰਜ ਕਰਨ ਦੇ ਆਰੰਭ ਦੇ ਵਿੱਚ ਓਅੰਗ ਜਿਹੜਾ ਹੈ ਉਹ ਇੱਕ ਪਵਿੱਤਰ ਸਾਊਂਡ ਵਾਂਗੂ ਮੰਨਿਆ ਜਾਂਦਾ। ਮੈਨੂੰ ਇਹ ਲੱਗਦਾ ਹੈ, ਸ਼ਾਇਦ ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਇੱਥੇ ਸ਼ਾਇਦ ਉਹ ਓਅੰਗ ਦਾ ਮਤਲਬ ਓਮ ਦੇ ਨਾਲ ਹੀ ਰਿਲੇਟ ਕਰ ਰਹੇ ਨੇ ਸ਼ਾਇਦ। ਓਅੰਗ ਨੂੰ ਉਹ ਬ੍ਰਾਹਮ ਵੀ ਕਹਿੰਦੇ ਨੇ ਕਿ ਬ੍ਰਹਮ, ਇਹ ਦੂਸਰਾ ਉਹਨਾਂ ਦਾ ਮਤਲਬ ਹੈ। ਔਰ ਤੀਸਰਾ ਜਿਹੜਾ ਹੈਗਾ ਉਹ ਕਿਸੇ ਹੁਕਮ ਜਾਂ ਪ੍ਰਸ਼ਨ ਦੇ ਵਿੱਚ ਜਦੋਂ ਆਪਾਂ ਆਨਸਰ ਦਿੰਦੇ ਹਾਂ ਉਹ ਹਾਂ ਜੀ ਜਾਂ ਜੀ ਹਾਂ ਕਹਿੰਦੇ ਹਾਂ ਅਤੇ ਉਹ ਹੈ। ਇਹ 3 ਜਿਹੜੇ ਸ਼ਬਦੀ ਅੱਖਰ ਨੇ ਸੰਸਕ੍ਰਿਤ ਦੇ ਅਕੋਰਡਿੰਗ ਭਾਈ ਸਾਹਿਬ ਸਿੰਘ ਦੱਸਦੇ ਨੇ ਅਮਰਕੋਸ਼ ਦੇ ਵਿੱਚ ਜੋ ਦਿੱਤੇ ਹੋਏ ਨੇ। ਔਰ ਇਹਨਾਂ ਵਿੱਚੋਂ ਕਹਿੰਦੇ ਕਿ ਹੁਣ ਆਪਾਂ ਇਹ ਲੱਭੀਏ ਕਿ ਇਹਨਾਂ ਵਿੱਚੋਂ ਤਿੰਨਾਂ ਦੇ ਵਿੱਚੋਂ ਬੈਸਟ ਆਨਸਰ ਕਿਹੜਾ। ਤਾਂ ਉਹ ਗੱਲ ਕਰਦੇ ਨੇ ਅੱਗੇ ਚੱਲ ਕੇ, ਉਹ ਕਹਿੰਦੇ ਜਦੋਂ ਗੁਰੂ ਮਹਾਰਾਜ ਏਕਾ ਲਿਖ ਦਿੰਦੇ ਨੇ ਨਾ ਤਾਂ ਫਿਰ ਉਹ ਮਤਲਬ ਉਹਦਾ ਕਲੀਅਰ ਕਰ ਦਿੰਦੇ ਨੇ। ਉਹ ਮਤਲਬ ਕੀ ਕਲੀਅਰ ਕਰਦੇ ਨੇ? ਕਹਿੰਦੇ ਕਿ ਏਕਾ ਲਿਖਣ ਦੇ ਨਾਲ ਜਿਹੜਾ ਓਅੰਗ ਦਾ ਅਰਥ ਹੈ ਉਹ ਫਿਰ ਹੋ ਜਾਂਦਾ ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿੱਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ਇਹ ਭਾਈ ਸਾਹਿਬ ਸਿੰਘ ਏਕੇ ਦੇ ਨਾਲ ਲੱਗ ਕੇ ਓਅੰਗ ਦਾ ਮਤਲਬ ਦੱਸਦੇ ਨੇ। ਅੱਗੋਂ ਉਹ ਕਹਿੰਦੇ ਨੇ ਕਿ ਜਿਹੜਾ ਕਾਰ ਹੈ, ਓਅੰਕਾਰ, ਕਾਰ ਦਾ ਮਤਲਬ ਕੀ ਆ? ਉਹ ਕਹਿੰਦੇ ਕਿ ਸੰਸਕ੍ਰਿਤ ਦੇ ਵਿੱਚ ਪਿਛੇਤਰ, ਕਾਰ ਨੂੰ ਚਾਹੇ ਤੁਸੀਂ ਪਿਛੇਤਰ ਲਗਾਓ, ਚਾਹੇ ਤੁਸੀਂ ਉਹਨੂੰ ਮਤਲਬ ਅਗਰ ਇਸਤਰੀ ਲਿੰਗ ਹੈ ਉਹਦੇ ਪਿੱਛੇ ਤੁਸੀਂ ਕਾਰ ਲਗਾ ਦਿਓ ਤਾਂ ਉਹ ਪੁਲਿੰਗ ਨਹੀਂ ਬਣਦਾ। ਜੇ ਪੁਲਿੰਗ ਹੈ ਤਾਂ ਉਹਦੇ ਪਿੱਛੇ ਤੁਸੀਂ ਕਾਰ ਲਗਾ ਦਿਓ ਤਾਂ ਉਹ ਇਸਤਰੀ ਲਿੰਗ ਨਹੀਂ ਬਣਦਾ। ਸੋ ਬੇਸਿਕਲੀ ਉਹ ਇਹ ਕਹਿੰਦੇ ਨੇ ਕਿ ਜਿਹੜਾ ਮੈਸਕੂਲਿਨ ਅਤੇ ਫੈਮਿਨਨ ਚੇਂਜਿਸ ਹੈਗੀਆਂ ਉਹ ਕਾਰ ਦੇ ਨਾਲ ਨਹੀਂ ਹੁੰਦੀਆਂ। ਇਹਦੇ ਪਿਛੇਤਰ ਲੱਗਣ ਦੇ ਨਾਲ ਜਿਹੜਾ ਉਹ ਬਿਲਕੁਲ ਵੀ ਇਹ ਚੀਜ਼ ਉਹ ਬਦਲਾਵ ਨਹੀਂ ਆਉਂਦਾ। ਇਹਦਾ ਮਤਲਬ ਇਹ ਹੈ ਕਿ ਕਾਰ ਜਿਹੜਾ ਹੈਗਾ ਉਹ ਇੱਕ ਰਸ ਹੈ। ਦੈਟ ਮੀਨਸ ਇਟ ਇਜ਼ ਨਾਟ ਚੇਂਜਿੰਗ ਔਰ ਚੇਂਜੇਬਲ, ਉਹ ਚੇਂਜ ਨਹੀਂ ਹੁੰਦਾ। ਇੱਥੋਂ ਤੱਕ ਗੱਲ ਕਰਦੇ ਨੇ ਭਾਈ ਸਾਹਿਬ ਸਿੰਘ ਕਿ ਇਸ ਕਰਕੇ ਕਾਰ ਲਗਾਇਆ ਗਿਆ। ਔਰ ਉਹ ਕਹਿੰਦੇ ਨੇ ਕਿ ਹੁਣ ਜਦੋਂ ਆਪਾਂ ਇੱਕ ਓਅੰਕਾਰ ਨੂੰ ਇਹਨਾਂ 3 ਹਿੱਸਿਆਂ ਦੇ ਵਿੱਚ ਸਮਝਾਂਗੇ ਤਾਂ ਉਹਦਾ ਅਰਥ ਇਹ ਬਣਦਾ ਹੈ ਓਅੰਕਾਰ, ਅਤੇ ਇਸ ਦਾ ਅਰਥ ਇਹ ਹੈ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਹੈ। ਹੁਣ ਇੱਥੇ ਭਾਈ ਸਾਹਿਬ ਸਿੰਘ ਜਿਹੜੇ ਨੇ ਉਹ ਆਪਣੇ ਇੱਕ ਓਂਕਾਰ ਦੀ ਜਿਹੜੀ ਡੈਫੀਨੇਸ਼ਨ ਆ ਉਹਨੂੰ ਖ਼ਤਮ ਕਰ ਦਿੰਦੇ ਨੇ ਕਿ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਹੈ। ਇਹ ਮੈਨੂੰ ਸਭ ਤੋਂ ਡਿਟੇਲਡ ਡੈਫੀਨੇਸ਼ਨ ਜਿਹੜੀ ਆ ਉਹ ਮਿਲੀ ਆ, ਪਰ ਮੈਂ ਥੋੜ੍ਹੀ ਜਿਹੀ ਇਹਦੇ ਵਿੱਚ ਜਾਂ ਇਹ ਕਹਿ ਲਓ ਕਿ ਮੇਰੀ ਸੰਤੁਸ਼ਟੀ ਨਹੀਂ ਹੁੰਦੀ, ਕਦੀ ਵੀ ਨਹੀਂ ਹੋਈ ਸੀਗੀ। ਔਰ ਮੈਨੂੰ ਹਮੇਸ਼ਾ ਲੱਗਦਾ ਸੀਗਾ ਕਿ ਨਹੀਂ, ਜੇ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਦੇ ਵਿੱਚੋਂ ਕੁਛ ਨਿਕਲਿਆ ਹੈ ਤਾਂ ਉਹ ਇੰਨਾ ਛੋਟਾ ਨਹੀਂ ਹੋ ਸਕਦਾ, ਉਹ ਬਹੁਤ ਵਿਸ਼ਾਲ ਹੋਊਗਾ। ਔਰ ਇਹਦੀ ਸਭ ਤੋਂ ਵੱਡਾ ਜਿਹੜਾ ਮੇਰੇ ਲਈ ਇੱਕ ਗਾਈਡਿੰਗ ਪੁਆਇੰਟ ਹੈ ਨਾ, ਉਹ ਹੈ ਉਹ ਜਨੇਊ ਵਾਲੀ ਜਿਹੜੀ ਸਾਖੀ ਆਪਾਂ ਸੁਣਦੇ ਆਏ ਹਾਂ। ਬਹੁਤੇ ਲੋਕ ਇਹ ਕਹਿ ਦਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਅਤੇ ਬਸ ਇੰਨੀ ਕੁ ਗੱਲ ਸੀ ਕਿ ਕਿਉਂਕਿ ਉਹ ਆਪਣੇ ਆਪ ਨੂੰ ਹਿੰਦੂਆਂ ਤੋਂ ਅਲੱਗ ਕਰਨਾ ਚਾਹੁੰਦੇ ਸੀ। ਇਹ ਗੱਲ ਇੰਨੀ ਸੌਖੀ ਜਾਂ ਇੰਨੀ ਸਰਲ ਨਹੀਂ ਹੈ। ਜੇ ਉਹਨਾਂ ਨੇ ਇਹੀ ਕਰਨਾ ਹੁੰਦਾ ਤਾਂ ਜਦੋਂ ਉਹਨਾਂ ਦੇ ਘਰ 'ਚ ਗੱਲ ਹੋਈ ਹੋਊਗੀ ਕਿ ਅਸੀਂ ਆਪਣੇ ਲੋਕਾਂ ਨੂੰ ਸੱਦਣਾ ਆ, ਪੰਡਿਤ ਜੀ ਨੂੰ ਸੱਦਣਾ ਆ, ਤੁਹਾਡੀ ਉਪਨੈਨ ਦੀ ਜਿਹੜੀ ਵਿਧੀ ਹੋਣੀ ਆ, ਜਨੇਊ ਪਾਉਣ ਦੀ ਜਿਹੜੀ ਵਿਧੀ ਹੋਣੀ ਆ, ਤਾਂ ਉਹ ਉਦੋਂ ਆਪਣੇ ਫਾਦਰ ਨੂੰ ਮਨਾ ਕਰ ਸਕਦੇ ਸੀਗੇ ਕਿ ਮੈਂ ਨਹੀਂ ਪਾਉਣਾ, ਮੈਂ ਹਿੰਦੂ ਰਵਾਇਤਾਂ ਨੂੰ ਨਹੀਂ ਮੰਨਦਾ। ਪਰ ਉਹ ਗੱਲ ਇੰਨੀ ਸਿੰਪਲ ਨਹੀਂ ਸੀਗੀ। ਉਹ ਪਹਿਲਾਂ ਸਾਰਿਆਂ ਨੂੰ ਇਕੱਠਾ ਹੋਣ ਦਿੰਦੇ ਨੇ। ਇਹ ਮੈਂ ਪਹਿਲਾਂ ਵੀ ਬਹੁਤ ਜਗ੍ਹਾ ਦੇ ਉੱਤੇ ਇਹ ਗੱਲ ਬੋਲ ਚੁੱਕੀ ਹਾਂ। ਉਹ ਸਾਰਿਆਂ ਨੂੰ ਇਕੱਠਾ ਹੋਣ ਦਿੰਦੇ ਨੇ। ਜਦੋਂ ਸਾਰੇ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਪੰਡਿਤ ਜੀ ਨੂੰ ਪੁੱਛਦੇ ਨੇ ਕਿ ਇਹ ਜਨੇਊ ਤੁਸੀਂ ਮੈਨੂੰ ਕਿਉਂ ਪਾਉਣਾ ਚਾਹੁੰਦੇ ਹੋ? ਪੰਡਿਤ ਜੀ ਕਹਿੰਦੇ ਆ ਤੁਸੀਂ ਹਿੰਦੂ ਧਰਮ ਦਾ ਹਿੱਸਾ ਬਣ ਜਾਓਗੇ। ਉਹ ਕਹਿੰਦੇ ਕਿ ਠੀਕ ਆ ਜੀ, ਫਿਰ ਮੇਰੀ ਭੈਣ ਨੂੰ ਵੀ ਪਾਓ। ਔਰ ਪੰਡਿਤ ਜੀ ਕਹਿੰਦੇ ਨਹੀਂ, ਉਹਨੂੰ ਨਹੀਂ ਪੈ ਸਕਦਾ ਕਿਉਂਕਿ ਉਹ ਔਰਤ ਹੈ। ਅਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਮੇਰੀ ਭੈਣ ਇਸ ਧਰਮ ਦਾ ਹਿੱਸਾ ਨਹੀਂ ਬਣ ਸਕਦੀ ਫਿਰ ਮੈਂ ਵੀ ਨਹੀਂ ਬਣਦਾ। ਉਹ ਇੱਕ ਬਰਾਬਰ, ਔਰ ਉਦੋਂ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਜਦੋਂ ਉਹ ਸਾਰੇ ਉੱਥੇ ਇਕੱਠੇ ਹੋਏ ਸੀਗੇ, ਇੱਕ ਫੈਸਟੀਵਲ ਦਾ ਮਾਹੌਲ ਸੀ, ਉਹਦੇ ਵਿੱਚ ਉਹ ਇੱਕ ਸ਼ੰਖਨਾਦ ਕਰਦੇ ਨੇ। ਔਰ ਸ਼ੰਖਨਾਦ ਸਿਰਫ ਹਿੰਦੂ ਰਵਾਇਤਾਂ ਤੋਂ ਵੱਖਰੇ ਹੋਣ ਦਾ ਨਹੀਂ, ਸ਼ੰਖਨਾਦ ਇਸ ਗੱਲ ਦਾ ਵੀ ਕਿ ਔਰਤ ਅਤੇ ਮਰਦ ਜਿਹੜੇ ਹੈ ਉਹ ਬਰਾਬਰੀ ਦੇ ਹੱਕਦਾਰ ਨੇ ਸੁਸਾਇਟੀ ਦੇ ਵਿੱਚ। ਤਾਂ ਹੀ ਮੈਂ ਕਹਿੰਦੀ ਹੁੰਦੀ ਹਾਂ ਕਿ ਗੁਰੂ ਨਾਨਕ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਫੈਮਿਨਿਸਟ ਹੋਇਆ ਹੈ ਨਾ। ਉਸ ਤੋਂ ਅੱਗੇ ਅਗਰ ਆਪਾਂ ਆ ਜਾਈਏ, ਹੁਣ ਫੈਮਿਨਿਜ਼ਮ ਨੂੰ ਵੀ ਬੜੇ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੈ ਕਿ ਫੈਮਿਨਿਜ਼ਮ ਸ਼ਾਇਦ ਔਰ ਮਰਦਾਂ ਦੇ ਅਗੇਂਸਟ ਗੱਲ ਕਰਨ ਨੂੰ ਹੈ। ਨਹੀਂ, ਫੈਮਿਨਿਜ਼ਮ ਇਜ਼ ਬੇਸਿਕਲੀ ਕਿ ਦੋਨੋਂ ਜੈਂਡਰ ਸੇਮ ਹੈ। ਅਤੇ ਹੁਣ ਇਹਦੇ ਵਿੱਚੋਂ ਜਦੋਂ ਆਪਾਂ ਨਿਕਲਦੇ ਹਾਂ, ਜਦੋਂ ਮੈਂ ਚੇਤਨਾ ਦੇ ਵਿੱਚ ਲੈ ਕੇ ਆਉਂਦੀ ਹਾਂ ਕਿ ਜਦੋਂ ਇੱਕ ਛੋਟੀ ਜਿਹੀ ਜਨੇਊ ਦੀ ਵਿਧੀ ਨੂੰ ਗੁਰੂ ਨਾਨਕ ਪਾਤਸ਼ਾਹ ਐਡੀ ਵੱਡੀ ਸਾਈਕੋਲੋਜੀ ਦੇ ਨਾਲ ਜੋੜਦੇ ਆ, ਤਾਂ ਇੱਕ ਓਂਕਾਰ ਜਿਹੜਾ ਪਹਿਲਾ ਫੁਰਮਾਨ ਹੈ ਉਹਨਾਂ ਦਾ,
ਉਹ ਇੰਨਾ ਸਰਲ ਨਹੀਂ ਹੋ ਸਕਦਾ ਕਿ ਗੋਡ ਇਜ਼ ਵਨ ਜਾਂ ਅਕਾਲ ਪੁਰਖ, ਇੱਕ ਅਕਾਲ ਪੁਰਖ ਜੋ ਹਰ ਜਗ੍ਹਾ 'ਤੇ ਇੱਕ ਰਸ ਵਿਆਪਕ ਹੈ, ਇਹ ਇੰਨਾ ਸਰਲ ਨਹੀਂ ਹੋ ਸਕਦਾ। ਮੈਂ ਭਾਈ ਸਾਹਿਬ ਸਿੰਘ ਨੂੰ ਚੈਲੰਜ ਨਹੀਂ ਕਰਦੀ, ਨਾ ਮੇਰੀ ਇੰਨੀ ਔਕਾਤ ਆ ਕਿ ਮੈਂ ਕਰ ਸਕਾਂ, ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਅੱਗੇ ਸੋਚਣ ਦੀ ਲੋੜ ਆ, ਹੋਰ ਸੋਚਣ ਦੀ ਲੋੜ ਆ। ਉਹਦੇ ਵਿੱਚੋਂ ਹੀ ਅੱਜ ਦਾ ਜਿਹੜਾ ਮੇਰੇ ਨਾਲ ਤੁਹਾਡੇ ਨਾਲ ਡਿਸਕਸ਼ਨ ਆ ਉਹ ਇਹਦੇ ਉੱਤੇ ਹੀ ਆ। ਹੁਣ ਰਜਨੀਸ਼ ਓਸ਼ੋ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਗੁਰੂ ਨਾਨਕ ਦੇ ਮੂੰਹ ਦੇ ਵਿੱਚੋਂ, ਜਿਹੜੀ ਗੁਰੂ ਨਾਨਕ ਦੀ ਰਸਨਾ ਦੇ ਵਿੱਚੋਂ ਨਿਕਲੇ ਹੋਏ ਇੱਕ ਇੱਕ ਅੱਖਰ ਦੇ ਵਿੱਚ ਕਈ ਵੇਦ ਸਮਾਏ ਹੋਏ ਆ। ਔਰ ਮੈਂ ਇਸ ਗੱਲ ਦੇ ਨਾਲ ਬਿਲਕੁਲ ਇਤਫਾਕ ਰੱਖਦੀ ਹਾਂ, ਬਿਲਕੁਲ ਮੈਂ ਮੰਨਦੀ ਹਾਂ, ਔਰ ਤੁਸੀਂ ਵੀ ਮੰਨ ਜਾਓਗੇ ਜੇ ਮੈਂ ਪ੍ਰੋਪਰ ਤਰੀਕੇ ਨਾਲ ਇਸ ਗੱਲ ਨੂੰ ਕਨਵੇ ਕਰਨ ਦੇ ਵਿੱਚ ਕਾਮਯਾਬ ਹੋ ਗਈ ਤਾਂ ਤੁਸੀਂ ਵਾਕਈ ਅੱਜ ਇਹ ਸੁਣਨ ਤੋਂ ਬਾਅਦ ਉੱਠੋਗੇ ਕਿ ਗੁਰੂ ਨਾਨਕ ਵਾਜ਼ ਨਾਟ ਐਨ ਆਰਡੀਨਰੀ ਮੈਨ, ਹੀ ਵਾਜ਼ ਨਾਟ ਕਿ ਐਕਸਟਰਾਆਰਡੀਨਰੀ ਮੈਨ ਵੀ ਨਹੀਂ ਸੀ, ਉਹ ਕੁਛ ਹੋਰ ਸੀ, ਉਹ ਕੋਈ ਹੋਰ ਆਤਮਾ ਸੀ ਜਿਹਨੂੰ ਸ਼ਾਇਦ ਅਸੀਂ ਸਮਝੇ ਨਹੀਂ, ਸ਼ਾਇਦ ਅਸੀਂ ਸਿੱਖ ਹੋਣ ਦੇ ਬਾਵਜੂਦ ਵੀ ਸਮਝੇ ਨਹੀਂ। ਖੈਰ, ਹੁਣ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ, ਜਦੋਂ ਇੱਕ ਓਂਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਜਿੰਨਾ ਚਿਰ ਮੈਂ ਇਹ ਗੱਲ ਕਰਾਂ ਤਾਂ ਇੱਥੇ ਮੇਰੇ ਨਾਲ ਹੀ ਰਹੋ ਔਰ ਮੈਂਟਲੀ, ਫਿਜ਼ੀਕਲੀ ਹਰ ਤਰੀਕੇ ਨਾਲ ਇੱਥੇ ਰਹੋ ਤਾਂ ਕਿ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਿਹੜਾ ਇੱਕ ਓਂਕਾਰ ਦੀ ਬਣਤਰ ਹੈ ਨਾ, ਸਭ ਤੋਂ ਪਹਿਲਾਂ ਜਦੋਂ ਮੈਂ ਇੱਕ ਓਂਕਾਰ ਦੀ ਬਣਤਰ ਵੱਲ ਧਿਆਨ ਦਿੰਦੀ ਹਾਂ ਤਾਂ ਮੈਂ ਇੰਨੇ ਦੇ ਵਿੱਚ ਹੀ ਮੈਨੂੰ ਬੜਾ ਰੈਵੋਲਿਊਸ਼ਨਰੀ ਇੱਕ ਆਈਡੀਆ ਆਉਂਦਾ ਹੈ ਕਿ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਔਰ ਸ਼ਾਇਦ ਆਖਰੀ ਵਾਰੀ ਹੋਇਆ ਕਿ ਇੱਕ ਅੱਖਰ ਅਤੇ ਇੱਕ ਨੰਬਰ, ਇੱਕ ਐਲਫਾਬੈਟ ਅਤੇ ਇੱਕ ਨਿਊਮਰਲ, ਦੋਨਾਂ ਨੂੰ ਸਿਰਫ ਇੱਕੋ ਹੀ ਐਲਫਾਬੈਟ ਔਰ ਇੱਕੋ ਹੀ ਨਿਊਮਰਲ ਹੈ, ਏਕਾ ਅਤੇ ਊੜਾ, ਔਰ ਉਹਦੇ ਵਿੱਚ ਹੀ ਇੱਕ ਪੂਰਾ ਦਾ ਪੂਰਾ ਡਾਇਲੋਗ ਸਮਾ ਗਿਆ। ਤੁਸੀਂ ਕਦੀ ਵੀ ਕਿੰਨਾ ਵੀ ਲਿਟਰੇਚਰ ਪੜ੍ਹ ਲਓ, ਕਦੀ ਵੀ ਤੁਸੀਂ ਇਹ ਦੇਖਿਓ ਕਿ ਕਦੀ ਵੀ ਇਸ ਤਰ੍ਹਾਂ ਹੁੰਦਾ ਹੈ ਜਿਹੜੇ ਡਾਇਲੋਗਸ ਹੁੰਦੇ ਉਹਨਾਂ ਦੇ ਵਿੱਚ ਕੁਛ ਅੱਖਰ ਹੋਣੇ ਜ਼ਰੂਰੀ ਆ, ਜਾਂ ਘੱਟੋ ਘੱਟ ਇੱਕ ਅੱਖਰ, ਪਰ ਇੱਕ ਅੱਖਰ ਔਰ ਇੱਕ ਐਲਫਾਬੈਟ ਔਰ ਇੱਕ ਲੈਟਰ ਹੈ ਨਾ, ਇੱਕ ਨੰਬਰ, ਇਹਨਾਂ ਦੋਵਾਂ ਦੇ ਜੋੜ ਦੇ ਨਾਲ ਹੀ ਇੱਕ ਪੂਰਾ ਡਾਇਲੋਗ ਕਨਵੇ ਹੋ ਗਿਆ। ਹੁਣ ਇਹ ਡਾਇਲੋਗ ਦਾ ਮਤਲਬ ਸਮਝਣਾ ਬੜਾ ਜ਼ਰੂਰੀ ਆ। ਮੈਂ ਜਦੋਂ ਮੈਂ ਇਸ ਬਾਰੇ ਸੋਚ ਰਹੀ ਸੀਗੀ ਤਾਂ ਮੈਨੂੰ ਲੱਗਾ ਕਿ ਕਿਤੇ ਮੈਂ ਕੁਛ ਜ਼ਿਆਦਾ ਤਾਂ ਨਹੀਂ ਓਵਰਥਿੰਕ ਤਾਂ ਨਹੀਂ ਕਰ ਰਹੀ, ਤਾਂ ਫਿਰ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ, ਜਿਨ੍ਹਾਂ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਕਹਿੰਦੇ ਆ, ਉਹ ਦੱਸਦੀਆਂ ਨੇ ਕਿ ਨਹੀਂ, ਤੂੰ ਗਲਤ ਨਹੀਂ, ਕਿਤੇ ਨਾ ਕਿਤੇ ਹੋਰ ਕੋਈ ਰਹੱਸ ਹੈ। ਉਹ ਕਿੱਦਾਂ ਸਮਝਾਉਂਦੇ ਨੇ, ਮੂਲ ਮੰਤਰ ਦੇ ਗੁੱਜੇ ਭੇਦ ਉਹਨਾਂ ਦੀ ਵਾਰ ਤੀਜੀ ਆ। ਉਹ ਕਹਿੰਦੇ ਨੇ, ਏਕਾ ਏਕੰਕਾਰ ਲਿਖ ਦਿਖਾਲਿਆ, ਊੜਾ ਓਂਕਾਰ ਪਾਸ ਬਿਹਾਲਿਆ, ਪਾਸ ਪਾਲਿਆ। ਹੁਣ ਇਹਨੂੰ ਧਿਆਨ ਨਾਲ ਸਮਝਿਓ, ਏਕਾ ਏਕੰਕਾਰ ਲਿਖ ਦਿਖਾਲਿਆ। ਹੁਣ ਏਕੰਕਾਰ ਨੂੰ ਉਹਨਾਂ ਨੇ ਏਕੇ ਨਾਲ ਲਿਖਿਆ ਔਰ ਊੜਾ ਜਿਹੜਾ ਹੈ ਉਹ ਓਂਕਾਰ ਕਰ ਉਹਨਾਂ ਦੇ ਕੋਲ ਜਿਹੜਾ ਹੈਗਾ ਲਾਗੇ ਬਿਠਾ ਦਿੱਤਾ, ਜਾਂ ਕਹਿ ਲਿਓ ਕਿ ਉਹਦੇ ਵਿੱਚੋਂ ਹੁਣ ਉਹ ਓਂਕਾਰ ਦਾ ਊੜੇ ਦਾ ਮਤਲਬ ਕੀ ਆ ਕਿ ਉਹ ਇੱਕ ਗਾਈਡਿੰਗ ਫੋਰਸ ਆ। ਇਹ ਭਾਈ ਗੁਰਦਾਸ ਦੀਆਂ ਵਾਰਾਂ ਕਹਿੰਦੀਆਂ ਆ ਕਿ ਉਸ ਏਕੇ ਦੀ ਜਿਹੜੀ ਕੰਟਰੋਲਿੰਗ ਫੋਰਸ ਹੈ, ਜਿਹਦੇ ਨਾਲ ਉਹ ਪੂਰੀ ਦੁਨੀਆ ਨੂੰ ਕੰਟਰੋਲ ਕਰਦਾ, ਉਹ ਏਕਾ, ਉਹ ਓਂਕਾਰ ਹੈ। ਸੋ ਓਂਕਾਰ ਉਹ ਫੋਰਸ ਹੈ ਜਿਹਦੇ ਨਾਲ ਇਹ ਪੂਰੀ ਦੁਨੀਆ ਨੂੰ, ਉਹ ਇੱਕ ਸੁਪਰੀਮ ਜਿਹੜਾ ਹੈ ਉਹ ਕੰਟਰੋਲ ਕਰ ਰਿਹਾ। ਇਹ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੇ ਸਮਝਾ ਦਿੱਤਾ। ਇੱਥੋਂ ਮੈਨੂੰ ਇੱਕ ਗੱਲ ਕਲੀਅਰ ਹੋ ਗਈ ਕਿ ਮੇਰਾ ਟਰੈਕ ਗਲਤ ਨਹੀਂ, ਏਕੇ ਦਾ ਮਤਲਬ ਜ਼ਰੂਰ ਕੁਛ ਹੋਰ ਹੈ, ਕਿਉਂਕਿ ਏਕਾ ਸਿਰਫ 1 ਨਹੀਂ ਆ, ਨੰਬਰ 1 ਨਹੀਂ ਆ। ਇੱਥੇ ਉਹ ਕਹਿੰਦੇ ਆ ਕਿ ਏਕਾ ਏਕੰਕਾਰ, ਉਹ ਏਕੰਕਾਰ ਹੀ ਏਕਾ ਆ। ਓਂਕਾਰ ਤਾਂ ਉਹਦੀ ਫੋਰਸ ਹੈ ਜਿਹਦੇ ਨਾਲ ਉਹ ਦੁਨੀਆ ਨੂੰ ਸਮਾਈ ਬੈਠਾ, ਦੁਨੀਆ ਨੂੰ ਕੰਟਰੋਲ ਕਰ ਰਿਹਾ। ਹੁਣ ਇੱਥੇ ਗੱਲ ਆਉਂਦੀ ਆ ਕਿ ਫਿਰ ਏਕੇ ਦਾ ਮਹੱਤਵ ਕੀ ਆ। ਮੈਂ ਬੜੇ ਨੋਰਮਲ ਮੈਥਮੈਟਿਕਸ ਦੇ ਵਿੱਚੋਂ ਗੱਲ ਲੈ ਕੇ ਆਉਂਦੀ ਹਾਂ, ਜਾਂ ਮੈਂ ਵੈਸੇ ਹੀ ਇੱਕ ਸਿੰਪਲ ਬੜੇ ਨੋਰਮਲ ਹਿਊਮਨ ਲੈਵਲ ਦੇ ਉੱਤੇ ਅਗਰ ਮੈਂ ਸੋਚਾਂ ਇਹਨੂੰ, ਅਤੇ ਏਕਾ ਕਿਉਂ ਆ, ਕਿਉਂਕਿ ਔਰ ਏਕੇ ਨੂੰ ਏਕਾ ਹੀ ਕਿਉਂ ਲਿਖਿਆ। ਮੇਰੇ ਕੋਲ ਇੱਕ ਕੁਐਸਚਨ ਹੈਗਾ ਕਿ ਈੜੀ ਦੇ ਉੱਤੇ ਇੱਕ ਲਾਂ ਅਤੇ ਕੱਕਾ ਵੀ ਤਾਂ ਲਿਖ ਸਕਦੇ ਸੀ, ਇੱਕ, ਹੈ ਨਾ, ਫਿਰ ਉਹਨਾਂ ਨੇ ਇੱਕ ਨੰਬਰ 1 ਇੱਕ ਕਿਉਂ ਲਿਖਿਆ। ਅਤੇ ਇਹਦਾ ਜਿਹੜਾ ਮੇਰਾ ਸਭ ਤੋਂ ਬੇਸਿਕ ਆਨਸਰ ਆ ਉਹ ਇਹ ਆ ਕਿ ਜੇ ਉਹਨਾਂ ਨੇ ਵਰਡ ਲਿਖਿਆ ਹੁੰਦਾ ਨਾ, ਜਿੱਦਾਂ ਉਹਨੂੰ ਆਪਾਂ, ਕਿਉਂਕਿ 1 ਨੂੰ ਤੁਸੀਂ ਨਾਊਨ ਵੀ ਯੂਜ਼ ਕਰ ਸਕਦੇ ਹੋ, ਪ੍ਰੋਨਾਊਨ ਵੀ ਯੂਜ਼ ਕਰ ਸਕਦੇ ਹੋ, ਐਡਜੈਕਟਿਵ ਵੀ ਯੂਜ਼ ਕਰ ਸਕਦੇ ਹੋ, ਉਹ ਰਿਫਲੈਕਸਿਵ ਵੀ ਹੋ ਸਕਦਾ, ਪੋਜ਼ੈਸਿਵ ਫਾਰਮ ਦੇ ਵਿੱਚ ਵੀ ਹੋ ਸਕਦਾ। ਸੋ ਉਹਨੂੰ ਕਿਸੇ ਵੀ ਤਰੀਕੇ ਨਾਲ ਇੰਟਰਪ੍ਰੇਟ ਕੀਤਾ ਜਾ ਸਕਦਾ ਸੀ। ਜੋ ਤੁਸੀਂ ਨੰਬਰ 1 ਲਿਖ ਦਿੰਦੇ ਹੋ ਤਾਂ ਉਹਦੀ ਇੰਟਰਪ੍ਰੀਟੇਸ਼ਨ ਘੱਟੋ ਘੱਟ ਇਹਨਾਂ ਨਾਊਨ, ਵਰਬ, ਨਾਊਨ, ਐਡਜੈਕਟਿਵ ਔਰ ਪ੍ਰੋਨਾਊਨ ਦੇ ਵਿੱਚੋਂ ਜਿਹੜਾ ਉਹ ਨਿਕਲ ਜਾਂਦਾ ਹੈ, ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਜਾਂਦਾ। ਸੋ ਦੈਟ ਬਿਕਮਸ ਓਨਲੀ ਨੰਬਰ 1। ਉਸ ਤੋਂ ਅਗਲੀ ਗੱਲ ਜਿਹੜੀ ਜਦੋਂ ਆਪਾਂ ਮੈਥਮੈਟਿਕਸ ਦੇ ਅਕੋਰਡਿੰਗ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਇਹ ਹੈ ਕਿ ਜਿਹੜਾ ਨੰਬਰ 1 ਹੈ ਨਾ, ਉਹ ਸਿੰਬਲਾਈਜ਼ ਕਰਦਾ ਆ
यूनिटी ਨੂੰ ਸਿੰਬਲਾਈਜ਼ ਕਰਦਾ ਹੈ, ਇਕੱਠ ਨੂੰ ਸਿੰਬਲਾਈਜ਼ ਕਰਦਾ ਆ। ਔਰ ਉਹ ਇਕੱਠ ਹੈ ਵੀ ਨਹੀਂ। ਇਹ ਗੱਲ ਬੜੇ ਧਿਆਨ ਨਾਲ ਸਮਝਿਓ ਜੇ, 1 ਨੰਬਰ यूनिटी ਨੂੰ ਸਿੰਬਲਾਈਜ਼ ਕਰਦਾ ਹੈ ਔਰ ਉਹਦੇ ਵਿੱਚੋਂ ਹੀ ਬਾਕੀ ਨੰਬਰ ਬਣਦੇ ਆ। 1 + 1 = 2, 1 + 1 + 1 = 3। ਯਾਨੀ ਕਿ ਤੁਸੀਂ ਦੁਨੀਆ ਦਾ ਕਿੱਡਾ ਵੀ ਵੱਡਾ ਨੰਬਰ ਬਣਾਉਣਾ ਹੋਵੇ ਉਹ ਏਕੇ ਦੇ ਵਿੱਚੋਂ ਹੀ ਨਿਕਲ ਆਊਗਾ। ਪਰ ਏਕਾ ਜਿਹੜਾ ਹੈ ਉਹ ਓਰੀਜਨ ਆ। ਸੋ ਦੈਟ ਇਜ਼ ਦੀ ਓਰੀਜਨ ਆਫ ਐਵਰੀ ਨੰਬਰ ਸਿਸਟਮ, ਹੈ ਨਾ। ਔਰ ਪੂਰੀ ਦੁਨੀਆ ਨੂੰ ਨੰਬਰ ਸਿਸਟਮ ਦੇ ਨਾਲ ਦੇਖਿਆ ਜਾ ਸਕਦਾ। ਹੁਣ ਇਹ ਜਿਹੜਾ ਪਾਇਥਾਗੋਰਸ, ਇਹ ਮੇਰੀ ਆਪਣੀ ਇੰਟਰਪ੍ਰੀਟੇਸ਼ਨ ਨਹੀਂ, ਇਹ ਪਾਇਥਾਗੋਰੀਅਨਸ ਦੀ ਇੰਟਰਪ੍ਰੀਟੇਸ਼ਨ ਆ। ਜਿਹੜੇ ਤਾਂ ਮੈਥਮੈਟਿਕਸ ਨੂੰ ਸਮਝਦੇ ਆ ਜਾਂ ਪੜ੍ਹਦੇ ਆ ਤਾਂ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਪਾਇਥਾਗੋਰਸ ਕੀ ਆ। ਪਾਇਥਾਗੋਰਸ ਗ੍ਰੀਕ ਮੈਥਮੈਟੀਸ਼ੀਅਨ ਐਂਡ ਅ ਮਿਸਟਿਕ, ਇੰਪੋਰਟੈਂਟ, ਐਂਡ ਅ ਮਿਸਟਿਕ ਸੀਗਾ। ਹੁਣ ਜਿਹੜਾ ਪਾਇਥਾਗੋਰਸ ਹੈ ਉਹ ਬੰਦਾ ਹੈ ਜਿਹਨੇ ਫਿਲੋਸਫੀ ਵਰਡ ਦਿੱਤਾ ਦੁਨੀਆ ਨੂੰ, ਜਿਹਨੇ ਦੁਨੀਆ ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਨਾ ਫਿਲੋਸਫੀ, ਫਲਸਫੇ ਦੀ, ਉਹ ਬੇਸਿਕਲੀ ਪਾਇਥਾਗੋਰਸ ਨੇ ਹੀ ਉਹ ਵਰਡ ਦਿੱਤਾ ਆ। ਸੋ ਹੀ ਵਾਜ਼ ਅ ਮਿਸਟਿਕ। ਇਹ ਉਹਦੇ ਫੋਲੋਅਰਸ ਦੀਆਂ ਉਹਦੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਆ ਕਿ ਨੰਬਰ 1 ਜਿਹੜਾ ਆ ਉਹ ਕੀ ਆ। ਬੜੇ ਇੰਪੋਰਟੈਂਟ ਆ ਕਿ ਉਹ ਨੰਬਰ 1 ਨੂੰ ਨੰਬਰ ਮੰਨਦੇ ਹੀ ਨਹੀਂ ਆ। ਪਾਇਥਾਗੋਰੀਅਨ ਲੋਕ ਜਿਹੜੇ ਆ ਉਹ ਕਹਿੰਦੇ ਕਿ ਏਕਾ ਜਿਹੜਾ ਹੈ ਉਹ ਨੰਬਰ ਨਹੀਂ ਆ। ਕਿਉਂ ਨੰਬਰ ਨਹੀਂ ਆ? ਉਹ ਕਹਿੰਦਾ ਕਿਉਂਕਿ ਜਦੋਂ ਆਪਾਂ ਨੰਬਰ ਕਹਿੰਦੇ ਹਾਂ ਨਾ ਤਾਂ ਨੰਬਰ ਦਾ ਮਤਲਬ ਹੁੰਦਾ ਪਲੂਰਲ, ਜ਼ਿਆਦਾ। ਏਕਾ ਜਿਹੜਾ ਹੈ ਉਹ ਸਿੰਗੂਲਰ ਹੈ, ਉਹਦਾ ਉਹ ਨੰਬਰ ਨਹੀਂ ਹੈਗਾ। ਹੁਣ ਇਸੇ ਗੱਲ ਨੂੰ ਸਮਝਿਓ ਕਿ ਇਸ ਏਕੇ ਦੇ ਵਿੱਚੋਂ ਨੰਬਰ ਸਿਸਟਮ ਬਣ ਰਿਹਾ ਆ, ਪਰ ਉਹ ਆਪ ਨੰਬਰ ਨਹੀਂ ਹੈ ਅਕੋਰਡਿੰਗ ਟੂ ਪਾਇਥਾਗੋਰੀਅਨਸ। ਸੋ ਇਸੇ ਤਰੀਕੇ ਨਾਲ ਜਿਹੜਾ ਏਕਾ ਹੈ ਉਹਦੇ ਵਿੱਚੋਂ ਦੁਨੀਆ ਤਾਂ ਬਣ ਰਹੀ ਆ, ਪਰ ਉਹ ਆਪ ਦੁਨੀਆ ਨਹੀਂ ਹੋ ਜਾਂਦਾ। ਜਿਹੜੀ ਆਪਾਂ ਅੱਜ ਗੱਲ ਕਹਿੰਦੇ ਹਾਂ ਨਾ ਕਿ ਕੁਦਰਤ ਨੂੰ ਸਾਰੀ ਕਰਕੇ ਤੇ ਕਾਦਰ ਵਿੱਚ ਸਮਾ ਗਿਆ। ਬਿਲਕੁਲ, ਕਾਦਰ ਨੇ ਹੀ ਕੁਦਰਤ ਬਣਾਈ ਆ, ਪਰ ਕੁਦਰਤ ਕਾਦਰ ਨਹੀਂ ਬਣ ਜਾਂਦੀ। ਇੱਥੋਂ ਹੀ ਇਹ ਜਿਹੜੀ ਡਿਸਟਿੰਕਸ਼ਨ ਆ ਉਹ ਸਮਝ ਆਉਂਦੀ ਆ। ਅੱਗੇ ਆਪਾਂ ਦੇਖੀਏ ਤੇ ਇੱਕ ਬੜੀ ਹੋਰ ਇੰਪੋਰਟੈਂਟ ਗੱਲ ਜਿਹੜੀ 1 ਨੰਬਰ ਵਾਸਤੇ ਹੈ ਉਹ ਇਹ ਆ ਕਿ ਨਾ ਇਹ ਪ੍ਰਾਈਮ ਹੈ ਅਤੇ ਨਾ ਇਹ ਕੰਪੋਜ਼ਿਟ ਆ। ਹੁਣ ਮੈਥਮੈਟਿਕਸ ਜਿਹੜੇ ਬੜੇ ਬੇਸਿਕ ਸਟੂਡੈਂਟਸ ਵੀ ਪੜ੍ਹਦੇ ਆ, ਜਿਹੜੇ ਬੇਸਿਕਸ ਮੈਥਮੈਟਿਕਸ ਵੀ ਪੜ੍ਹਦੇ, ਉਹਨਾਂ ਨੂੰ ਵੀ ਪਤਾ ਹੋਊਗਾ ਵਾਟ ਇਜ਼ ਪ੍ਰਾਈਮ ਨੰਬਰ ਐਂਡ ਵਾਟ ਇਜ਼ ਕੰਪੋਜ਼ਿਟ ਨੰਬਰ। 1 ਇਜ਼ ਨਾਈਦਰ ਅ ਪ੍ਰਾਈਮ ਨੋਰ ਅ ਕੰਪੋਜ਼ਿਟ, ਹੈ ਨਾ। ਨਾ ਉਹਦੇ ਫੈਕਟਰ ਬਣ ਸਕਦੇ ਆ। ਸੋ 1 ਤੋਂ ਅੱਗੇ ਨੰਬਰ ਸਿਸਟਮ ਤਾਂ ਚੱਲ ਸਕਦਾ, ਪਰ 1 ਦੇ ਆਪਣੇ ਫੈਕਟਰ ਨਹੀਂ ਬਣ ਸਕਦੇ। 1 ਆਪ ਤੋੜਿਆ ਨਹੀਂ ਜਾ ਸਕਦਾ। ਸੋ ਇਹ ਤਾਂ ਹੋ ਗਈ ਮੈਥਮੈਟਿਕਲੀ ਨੰਬਰ 1 ਦੀ ਜਿਹੜੀ ਮਹੱਤਵ ਆ। ਹੁਣ ਜਦੋਂ ਮੈਂ ਇਹ ਦੇਖਦੀ ਹਾਂ ਕਿ ਸਿਰਫ ਇੰਨੀ ਗੱਲ ਹੀ ਹੋਊਗੀ, ਗੁਰੂ ਨਾਨਕ ਪਾਤਸ਼ਾਹ ਨੇ ਏਕੇ ਨੂੰ ਸਿਰਫ ਇਸੇ ਕਰਕੇ ਦੱਸਿਆ ਹੋਊਗਾ। ਇੱਕ ਇਹ ਵੀ ਬੜੀ ਵੱਡੀ ਗੱਲ ਆਉਂਦੀ ਆ ਕਿ ਏਕੇ ਤੋਂ ਪਹਿਲਾਂ ਕੁਛ ਨਹੀਂ ਸੀਗਾ, ਜੋ ਕਿ ਸੱਚ ਆ। ਸੋ ਨੋਨ ਐਗਜ਼ਿਸਟੈਂਟ ਯਾਨੀ ਕਿ 0 ਤੋਂ ਐਗਜ਼ਿਸਟੈਂਸ ਵੱਲ ਵਧਣ ਦਾ ਇੱਕੋ ਇੱਕ ਜ਼ਰੀਆ ਹੈ ਏਕਾ। ਸੋ ਜਦੋਂ ਆਪਾਂ ਪਹਿਲੀ ਵਾਰੀ ਨੋਨ ਐਗਜ਼ਿਸਟੈਂਟ ਸਟੇਟ ਤੋਂ ਐਗਜ਼ਿਸਟੈਂਸ ਵੱਲ ਜਾਂਦੇ ਹਾਂ ਤਾਂ 0 to 1 ਜਾਂਦੇ ਹਾਂ, ਉਹ ਵੀ ਗੱਲ ਸੱਚ ਆ। ਹੁਣ ਇਹਦੇ ਵਿੱਚੋਂ ਮੇਰੀ ਅਜੇ ਵੀ ਤ੍ਰਿਪਤੀ ਨਹੀਂ ਹੁੰਦੀ ਕਿ ਇੰਨੀ ਕੁ ਗੱਲ ਖਤਮ ਹੈ, ਸਿਰਫ ਇੰਨਾ ਕੀ ਮਤਲਬ ਹੈ ਏਕੇ ਦਾ। ਅੱਗੇ ਜਦੋਂ ਹੁਣ ਮੈਂ ਗੁਰੂ ਪਾਤਸ਼ਾਹ ਨੂੰ ਜਦੋਂ ਅਰਦਾਸ ਕਰਦੀ ਹਾਂ ਕਿ ਮਹਾਰਾਜ ਆਪਣੀ ਜਿਹੜੀ ਤੁਹਾਡੇ ਰਹੱਸ ਉਹਨਾਂ ਦੇ ਕੋਈ ਨਹੀਂ ਸਮਝ ਸਕਦਾ, ਅਸੀਂ ਬੁੱਧੀਆਂ ਸਾਡੀਆਂ ਬਹੁਤ ਛੋਟੀਆਂ ਆ, ਉਹਨਾਂ ਵਿੱਚੋਂ ਇੰਨੇ ਵੱਡੇ ਫਲਸਫੇ ਸਮਝ ਲੈਣਾ ਨੈਕਸਟ ਟੂ ਇੰਪੋਸੀਬਲ ਜੀ ਗੱਲ ਆ। ਪਰ ਜਦੋਂ ਮੈਂ ਗੁਰੂ ਪਾਤਸ਼ਾਹ ਨੂੰ ਅਰਦਾਸ ਕਰਦੀ ਹਾਂ ਤਾਂ ਫਿਰ ਉਹ ਮੈਨੂੰ ਸੇਧ ਦਿੰਦੇ ਆ ਕਿ ਤੂੰ ਨੰਬਰ ਸਿਸਟਮ ਦੇ ਇਤਿਹਾਸ ਵੱਲ ਜਾ। ਔਰ ਉਹਨਾਂ ਦੀ ਸੇਧ ਲੈ ਕੇ, ਉਹਨਾਂ ਕੋਲੋਂ ਹੀ ਸੇਧ ਲੈ ਕੇ ਜਦੋਂ ਮੈਂ, ਕਿਉਂਕਿ ਮੇਰੇ ਆਪਣੇ ਦਿਮਾਗ ਦੇ ਵਿੱਚ ਕਦੀ ਗੱਲ ਨਹੀਂ ਸੀ ਆ ਸਕਦੀ ਕਿ ਨੰਬਰ ਸਿਸਟਮ ਦੇ ਇਤਿਹਾਸ ਵੱਲ ਜਾ ਕੇ ਵੀ ਏਕੇ ਦਾ ਮਤਲਬ ਲੱਭਿਆ ਜਾ ਸਕਦਾ। ਉਹਨਾਂ ਦੀ ਸੇਧ ਲੈ ਕੇ ਜਦੋਂ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਗੱਲ ਆਉਂਦੀ ਆ ਤਾਂ ਫਿਰ ਮੈਂ ਨੰਬਰ ਸਿਸਟਮ ਵੱਲ ਜਾਂਦੀ ਹਾਂ। ਹੁਣ ਤੁਸੀਂ ਇੱਥੇ ਦੇਖਿਓ ਪਾਇਥਾਗੋਰਸ, ਮੈਂ ਫਿਰ ਉਹਦੀ ਗੱਲ ਕਰੂੰਗੀ ਕਿਉਂਕਿ ਮੈਥਮੈਟੀਸ਼ੀਅਨ ਜਿਹੜਾ ਉਹ ਫਾਦਰ ਆਫ ਮੈਥਮੈਟਿਕਸ ਕਿਹਾ ਜਾਂਦਾ ਹੈ ਨਾ ਇੱਕ ਤਰ੍ਹਾਂ ਨਾਲ। ਤਾਂ ਉਹਦੇ ਵਿੱਚੋਂ ਹੀ ਆਪਾਂ ਜਦੋਂ ਅੱਗੇ ਗੱਲ ਚੱਲਦੀ ਆ ਅਤੇ ਉਹ ਬਕਾਇਦਾ ਡਿਸਕਵਰੀ ਕਰਦਾ ਆ ਮਿਊਜ਼ੀਕਲ ਹਾਰਮਨੀ ਦੀ। ਔਰ ਉਹ ਕਹਿੰਦਾ ਕਿ ਜਿਹੜੀ ਮਿਊਜ਼ੀਕਲ ਹਾਰਮਨੀ ਆ ਉਹ ਹੋਲ ਨੰਬਰਸ ਦੀ ਰੇਸ਼ੀਓ ਦੇ ਨਾਲ ਰਿਲੇਟਿਡ ਹੈ। ਔਰ ਹੋਲ ਨੰਬਰਸ ਦੀ ਰੇਸ਼ੀਓ 0 ਅਤੇ 1 ਦੇ ਵਿਚਕਾਰ ਹੁੰਦੀ ਆ। ਇਹ ਕੋਈ ਵੀ ਮੈਥਮੈਟਿਕਸ ਦਾ ਜਿਹੜਾ ਬੰਦਾ ਆ ਉਹ ਸਮਝ ਸਕਦਾ ਹੈ ਕਿ 0 ਤੋਂ ਲੈ ਕੇ 1 ਦੇ ਵਿਚਕਾਰ ਤੁਸੀਂ ਕੋਈ ਵੀ ਜਿਹੜੀ ਮੈਥਮੈਟੀਕਲ ਰੇਸ਼ੀਓ ਲੈ ਕੇ ਆ ਸਕਦੇ ਹਾਂ, ਹੋਲ ਨੰਬਰ ਦੀ ਰੇਸ਼ੀਓ। ਔਰ ਹੋਲ ਨੰਬਰ ਦੀ ਰੇਸ਼ੀਓ ਦੇ ਵਿੱਚ ਹੀ ਜਿਹੜੀਆਂ ਉਹ ਮਿਊਜ਼ੀਕਲ ਹਾਰਮਨੀਜ਼ ਨੂੰ ਉਹ ਕੌਨਫਿਗਰ ਕਰਦਾ ਆ। ਉਹ ਕੀ ਕਰਦਾ, ਉਹ ਕਹਿੰਦਾ ਕਿ ਇੱਕ ਸਟਰਿੰਗ ਲੈ ਲਓ, ਉਸ ਸਟਰਿੰਗ ਦੇ ਅਲੱਗ-ਅਲੱਗ ਹਿੱਸਿਆਂ ਦੇ ਉੱਤੇ ਉਹ ਜਦੋਂ ਉਹਨਾਂ ਦੀ ਅਲੱਗ-ਅਲੱਗ ਲੈਂਥ ਦੀਆਂ ਜਿਹੜੀਆਂ ਸਟਰਿੰਗਸ ਲੈਂਦਾ ਆ, ਉਹਦੇ ਵਿੱਚੋਂ ਉਹ ਮਿਊਜ਼ੀਕਲ ਹਾਰਮਨੀ ਦੀ ਗੱਲ ਕਰਦਾ। ਉਹ ਇੱਕ ਦੇ ਵਿੱਚੋਂ ਕਰਦਾ ਤਾਂ ਇੱਕ ਨੋਟ ਦੂਸਰੇ ਵਿੱਚੋਂ। ਸੋ ਜਿਹੜੀ ਸੁਰਾਂ ਦੀ ਗੱਲ ਹੈ ਨਾ ਉਹ ਉਸ ਇੱਕ ਦੇ ਵਿੱਚੋਂ ਨਿਕਲਦੀ ਆ। 0 ਹੈ ਅਤੇ 0 ਦੇ ਵਿੱਚ ਕੋਈ ਸੁਰ ਨਹੀਂ ਆ।
ਜਿਵੇਂ ਜਿਵੇਂ ਆਪਾਂ ਜ਼ੀਰੋ ਤੋਂ ਏਕੇ ਵੱਲ ਜਾਂਦੇ ਜਾ ਰਹੇ ਹਾਂ ਸਾਡੇ ਕੋਲ ਸੁਰ ਆਉਂਦੇ ਜਾ ਰਹੇ ਆ। ਸੋ ਬੇਸਿਕਲੀ ਉਹ ਜਿਹੜਾ ਏਕਾ ਆ ਉਹ ਸੁਰਾਂ ਦਾ ਸੁਰ ਉੱਥੋਂ ਨਿਕਲਦੇ ਆ ਕਿਉਂਕਿ ਇੱਕ ਸਟਰਿੰਗ ਲੈਣੀ ਪਊਗੀ, ਇੱਕ ਸਟਰਿੰਗ ਔਰ ਉਹਦੇ ਅੱਗੇ ਪਾਰਟਸ। ਹੁਣ ਉਸ ਏਕੇ ਦੇ ਵਿੱਚੋਂ ਸਾਰੇ ਜਿਹੜੇ ਸੁਰ ਆ ਉਹ ਨਿਕਲਦੇ ਆ। ਇਹਨੂੰ ਆਪਾਂ ਅੱਗੇ ਦੇਖੀਏ, ਜਿਹੜੀਆਂ ਉਹੀ ਹਾਰਮਨੀਜ਼ ਜੋ ਪਾਇਥਾਗੋਰਸ ਉਦੋਂ ਬਣਾ ਕੇ ਉਹ ਦੱਸਦਾ ਆ, ਉਹੀ ਅੱਜ ਜਿਹੜੀਆਂ ਹੈ ਉਹ ਵਾਈਬਰੇਟਿੰਗ ਸਟਰਿੰਗਸ ਦੀ ਫਿਜ਼ਿਕਸ ਦੇ ਨਾਲ ਰਿਲੇਟ ਕਰਦੀਆਂ ਆ, ਜਿਹਨੂੰ ਆਪਾਂ ਵੇਵ ਪੈਟਰਨਸ ਆਫ ਵੇਵਸ ਵੀ ਕਹਿੰਦੇ ਆ ਕਿ ਵੇਵਸ ਦੇ ਪੈਟਰਨ ਦੇ ਵਿੱਚ ਇੱਕ ਹਾਰਮਨੀ ਆ। ਹੁਣ ਇਸੇ ਚੀਜ਼ ਨੂੰ ਪੈਟਰਨ ਆਫ ਵੇਵਸ ਦੀ ਹਾਰਮਨੀ ਨੂੰ ਜਦੋਂ ਬਹੁਤੇ ਲੋਕ ਕਹਿੰਦੇ ਨਾ ਕਿ ਨਾਸਾ ਨੇ ਜੀ ਰਿਕਾਰਡਿੰਗ ਕੀਤੀ ਆ ਅਤੇ ਉੱਥੋਂ ਆਹ ਵਾਲੀ ਆਵਾਜ਼ ਸੁਣਾਈ ਦਿੱਤੀ, ਆਹ ਵਾਲੀ ਆਵਾਜ਼ ਸੁਣਾਈ ਦਿੱਤੀ। ਬੇਸਿਕਲੀ ਜਿਹੜੀ ਸਪੇਸ ਆ ਉਹ ਵੈਕਿਊਮ ਆ। ਵੈਕਿਊਮ ਮਤਲਬ ਜ਼ੀਰੋ, ਉੱਥੇ ਕੁਛ ਨਹੀਂ ਆ। ਔਰ ਵੈਕਿਊਮ ਦੇ ਵਿੱਚ ਹੈ ਕੀ? ਵੈਕਿਊਮ ਦੇ ਵਿੱਚ ਕਦੀ ਫਿਜ਼ਿਕਸ ਦਾ ਬੜਾ ਇੱਕ ਸਿੰਪਲ ਜਿਹਾ ਇਹ ਲੌਜਿਕ ਆ ਕਿ ਸਾਊਂਡ ਜਿਹੜੀ ਉਹ ਵੈਕਿਊਮ 'ਚ ਟਰੈਵਲ ਨਹੀਂ ਕਰਦੀ। ਤਾਂ ਫਿਰ ਉੱਥੇ ਕੋਈ ਧੁਨ ਕਿੱਦਾਂ ਟਰੈਵਲ ਕਰ ਸਕਦੀ ਹੈ? ਉਹ ਧੁਨ ਟਰੈਵਲ ਕਰਦੀ ਆ ਵੇਵਸ ਦੇ ਵਿੱਚ। ਔਰ ਉਹਨਾਂ ਵੇਵਸ ਨੂੰ ਨਾਸਾ ਨੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੇ ਅਕੋਰਡਿੰਗ ਉਹਨਾਂ ਨੂੰ ਗੈਦਰ ਕਰਕੇ ਅਤੇ ਫਿਰ ਉਹਨਾਂ ਨੂੰ ਕੰਪੋਜ਼ ਕੀਤਾ ਆ। ਸੋ ਬੇਸਿਕਲੀ ਜਿਹੜਾ ਉਹ ਵੇਵ ਪੈਟਰਨ ਆ ਉਹ ਜ਼ੀਰੋ ਦੇ ਵਿੱਚ ਜਿੱਥੇ ਸਭ ਸ਼ੂਨਯ ਹੈ, ਉਸ ਸ਼ੂਨਯ ਦੇ ਵਿੱਚ ਵੀ ਉਹ ਜਿਹੜਾ ਵੇਵ ਪੈਟਰਨ ਹੈ ਜਿਹਦੇ ਵਿੱਚ ਉਹ ਜਿਹੜੀਆਂ ਧੁਨਾਂ ਹੈ ਉਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਕੋਡੀਫਾਈਡ ਹੈਗੀਆਂ। ਹੁਣ ਉਹਦੇ ਵਿੱਚੋਂ ਉਹ ਜਦੋਂ ਤੁਸੀਂ ਉਹ ਵੇਵਸ ਦੀ ਗੱਲ ਕਰਦੇ ਆ ਤਾਂ ਇਹ ਇੱਥੇ ਪਾਇਥਾਗੋਰਸ ਦੀ ਉਹ ਮਿਊਜ਼ੀਕਲ ਹਾਰਮਨੀ ਦੀ ਗੱਲ ਆ ਜਾਂਦੀ ਹੈ। ਇਸੇ ਮਿਊਜ਼ੀਕਲ ਹਾਰਮਨੀ ਨੂੰ ਜਿਹੜਾ ਇੱਕ ਜਰਮਨ ਐਸਟਰੋਨੋਮਰ ਹੈ ਜੋਨਸ ਕੈਪਲਰ, ਬੜਾ ਫੇਮਸ ਨਾਮ ਹੈ, ਉਹਨੇ ਮਿਊਜ਼ਿਕ ਆਫ ਦ ਸਫੀਅਰਸ ਕਰਕੇ ਗੱਲ ਕੀਤੀ। ਹੁਣ ਮਿਊਜ਼ਿਕ ਆਫ ਸਫੀਅਰ ਕੀ ਆ? ਉਹ ਕਹਿੰਦਾ ਆ ਕਿ ਪੂਰਾ ਬ੍ਰਹਿਮੰਡ ਦੀਆਂ ਜਿੰਨੀਆਂ ਵੀ ਬੋਡੀਜ਼ ਨੇ ਪੂਰੇ ਬ੍ਰਹਿਮੰਡ ਦੇ ਵਿੱਚ ਉਹ ਸਾਰੀਆਂ ਕਿਸੇ ਨਾ ਕਿਸੇ ਇੱਕ ਹਾਰਮਨੀ ਦੇ ਵਿੱਚ ਮੂਵ ਕਰ ਰਹੀਆਂ ਔਰ ਉਹ ਸੁਰ ਦੇ ਨਾਲ, ਉਸ ਇੱਕ ਧੁਨ ਦੇ ਨਾਲ ਉਹ ਮੂਵ ਕਰ ਰਹੀਆਂ। ਉਹ ਧੁਨ ਜਿਹੜੀ ਹੈ ਉਹ ਜਦੋਂ ਕਰਦਾ ਤਾਂ ਉਹ ਬਿਲਕੁਲ ਪਾਇਥਾਗੋਰਸ ਫਿਲੋਸਫੀ ਦੇ ਨਾਲ ਮੈਚ ਕਰਦੀ ਆ। ਇਸੇ ਜਿਹੜੀ ਮਿਊਜ਼ਿਕ ਆਫ ਸਫੀਅਰਸ ਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਆ ਜਿਹਨੂੰ ਨਿਊਟਨ ਯੂਜ਼ ਕਰਦਾ ਬਾਅਦ ਵਿੱਚ ਕਿ ਕੋਈ ਨਾ ਕੋਈ ਆਰਡਰ ਹੈਗਾ ਕੋਸਮੋਸ ਦੇ ਵਿੱਚ। ਪੂਰੀ ਕੋਸਮੋਸ ਕਿਸੇ ਨਾ ਕਿਸੇ ਆਰਡਰ ਦੇ ਨਾਲ ਬੱਝੀ ਹੋਈ ਆ। ਹੁਣ ਉਹ ਆਰਡਰ ਕੀ ਆ? ਉਹ ਧੁਨ ਆ ਜਿਹੜੀ ਮੂਵਿੰਗ ਪਲੈਨਟ ਜਿਹੜੇ ਆ ਨਾ ਉਹ ਇੱਕ ਦੂਸਰੇ ਨਾਲ ਉਹ ਛੱਡਦੇ ਪਏ ਆ। ਸੋ ਉਹ ਸਾਰਾ, ਹੁਣ ਜੇ ਤੁਸੀਂ ਇੱਕ ਗੱਲ ਧਿਆਨ ਨਾਲ ਦੇਖੋ, ਹੈ ਵੈਕਿਊਮ, ਸਾਰਾ ਸਪੇਸ ਇਜ਼ ਵੈਕਿਊਮ। ਵੈਕਿਊਮ ਦੇ ਵਿੱਚ ਵੀ ਉਹ ਜਿਹੜੀਆਂ ਹੈਵਨਲੀ ਬੋਡੀਜ਼ ਆ, ਜਿਹੜੇ ਪਲੈਨਟਸ ਆ, ਉਹ ਜਦੋਂ ਮੂਵ ਕਰਦੇ ਪਏ ਆ ਤਾਂ ਕਿਸੇ ਨਾ ਕਿਸੇ ਵੇਵ ਰੇਡੀਏਸ਼ਨਸ ਦੇ ਨਾਲ ਮੂਵ ਕਰਦੇ ਪਏ ਆ ਔਰ ਧੁਨਾਂ ਦੇ ਵਿੱਚ ਹੈਗੇ ਆ, ਉਹ ਧੁਨ ਦੇ ਨਾਲ ਬੱਝੇ ਹੋਏ ਆ। ਔਰ ਇਸੇ ਨੂੰ ਇਹਨੇ ਹੀ ਸਾਇੰਸ ਦਾ ਇੱਕ ਬੜੀ ਜਿਹੜੀ ਨੂੰ ਕਹਿ ਸਕਦੇ ਹਾਂ ਕਿ ਬੈਕਬੋਨ ਕ੍ਰੀਏਟ ਕੀਤੀ ਆ। ਤੁਸੀਂ ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਇੱਕ ਬੜੀ ਇੰਟਰਸਟਿੰਗ ਬੁੱਕ ਆ, ਪੜ੍ਹ ਸਕਦੇ ਹਾਂ, ਦ ਮਿਊਜ਼ਿਕ ਆਫ ਪਾਇਥਾਗੋਰਸ, ਹਾਊ ਐਨ ਏਂਸ਼ੀਅੰਟ ਬ੍ਰਦਰਹੁੱਡ ਕਰੈਕਡ ਦ ਕੋਡ ਆਫ ਦ ਯੂਨੀਵਰਸ ਐਂਡ ਲਿਟ ਦ ਪਾਥ ਫਰੋਮ ਐਂਟੀਕਿਟੀ ਟੂ ਆਊਟਰ ਸਪੇਸ ਬਾਈ ਕਿਟੀ ਫਰਗਿਊਸਨ। ਇਹ ਕਿਤਾਬ ਤੁਸੀਂ ਲੈ ਕੇ ਪੜ੍ਹ ਸਕਦੇ ਆ। ਇਹਦੇ ਵਿੱਚ ਇਸ ਬਾਰੇ ਜੋ ਮੈਂ ਗੱਲ ਕਰ ਰਹੀ ਹਾਂ ਉਹਦੇ ਬੜਾ ਵਿਸਤਾਰ ਦੇ ਵਿੱਚ ਦੱਸਿਆ ਹੋਇਆ। ਖੈਰ ਮੈਂ ਥੋੜ੍ਹਾ ਜਿਹਾ ਇਹਨੂੰ ਕਰਕਸ ਦੇ ਵਿੱਚ ਲੈ ਕੇ ਆਵਾਂ ਤਾਂ ਕਿ ਜਿਨ੍ਹਾਂ ਨੂੰ ਫਿਜ਼ਿਕਸ ਔਰ ਮੈਥਮੈਟਿਕਸ ਨਹੀਂ ਵੀ ਪਤਾ ਉਹਨਾਂ ਨੂੰ ਵੀ ਸਮਝ ਲੱਗ ਜੇ। ਤਾਂ ਉਹ ਇਹ ਆ ਕਿ ਜਦੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਪਾਇਥਾਗੋਰਸ ਨਾਮ ਦਾ ਇੱਕ ਬੰਦਾ ਆ, ਉਹ ਏਕੇ ਦੇ ਵਿੱਚ ਕਹਿੰਦਾ ਕਿ ਬਹੁਤ ਸਾਰੀਆਂ ਏਕੇ ਦੇ ਹੀ ਰੇਸ਼ੀਓ ਦੇ ਨਾਲ ਤੁਸੀਂ ਬਹੁਤ ਸਾਰੀਆਂ ਧੁਨਾਂ ਕ੍ਰੀਏਟ ਕਰ ਸਕਦੇ ਆ। ਉਹੀ ਧੁਨਾਂ ਇੱਕ ਹੋਰ ਐਸਟਰੋਨੋਮਰ ਹੈ ਜਿਹੜਾ ਕਹਿੰਦਾ ਹੈ ਕਿ ਪੂਰੀ ਬ੍ਰਹਿਮੰਡ ਜਿਹੜਾ ਆ ਉਹ ਉਸੇ ਧੁਨ ਦੇ ਮੁਕਾਬਲੇ ਅਕੋਰਡਿੰਗ ਹੀ ਚੱਲ ਰਿਹਾ। ਉਸ ਇੱਕ ਧੁਨ ਦੇ ਵਿੱਚੋਂ ਬਹੁਤ ਸਾਰੀਆਂ ਧੁਨਾਂ ਨਿਕਲ ਰਹੀਆਂ ਇਨ ਫਾਰਮ ਆਫ ਵੇਵਸ ਔਰ ਉਹ ਸਾਰੀਆਂ ਧੁਨਾਂ ਜਿਹੜੀਆਂ ਇਸ ਪੂਰੀ ਦੁਨੀਆ ਨੂੰ ਚਲਾ ਰਹੀਆਂ ਔਰ ਉਸੇ ਧੁਨ ਦੇ ਉੱਤੋਂ ਹੀ ਜਿਹੜੇ ਗ੍ਰੈਵਿਟੀ ਦੇ ਲਾਅ ਔਰ ਬਾਕੀ ਸਾਰੇ ਲਾਅ ਬਣਦੇ ਆ। ਹੁਣ ਇੱਥੇ ਇੱਕ ਗੱਲ ਹੋਰ ਜਿਹੜੀ ਅਗਲੀ ਗੱਲ ਮੈਂ ਕਰੂੰਗੀ, ਇੰਨੀ ਮੈਨੂੰ ਲੱਗਦਾ ਕਿ ਗੱਲ ਸਮਝ ਲੱਗ ਗਈ ਹੋਊਗੀ ਕਿ ਧੁਨਾਂ ਜਿਹੜੀਆਂ ਹੈ ਉਹ ਕਿੰਨੀਆਂ ਇੰਪੋਰਟੈਂਟ ਆ। ਗੁਰੂ ਨਾਨਕ ਪਾਤਸ਼ਾਹ ਜਦੋਂ ਏਕਾ ਲਿਖਦੇ ਆ ਤਾਂ ਬੇਸਿਕਲੀ ਉਹ ਉਸ ਧੁਨ ਵੱਲ ਵੀ ਜ਼ਿਕਰ ਕਰਦੇ ਆ ਕਿ ਉਹ ਇੱਕ ਧੁਨ ਆ ਜਿਹਦੇ ਨਾਲ ਆਪਾਂ ਅੱਗੇ ਚੱਲਾਂਗੇ। ਇਹਨੂੰ ਅੱਗੇ ਆਪਾਂ ਹੋਰ ਡਿਟੇਲ ਦੇ ਵਿੱਚ ਮੈਂ ਡਿਸਕਸ ਕਰੂੰਗੀ। ਇੱਕ ਕਿਤਾਬ ਹੈ ਮਿਊਜ਼ਿਕ ਆਫ ਸਫੀਅਰਸ, ਮਿਊਜ਼ਿਕ ਸਾਇੰਸ ਐਂਡ ਨੈਚੁਰਲ ਆਰਡਰ ਆਫ ਦ ਯੂਨੀਵਰਸ ਬਾਈ ਜੇਮੀ ਜੇਮਸ। ਇਹਦਾ ਪੇਜ ਨੰਬਰ 40 ਦੇ ਉੱਤੇ ਉਹ ਲਿਖਦਾ ਆ ਕਿ ਪਾਇਥਾਗੋਰਸ ਨੇ ਮਿਊਜ਼ਿਕ ਆਫ ਸਫੀਅਰ ਨੂੰ ਕਨਸੀਵ ਕਿੱਦਾਂ ਕੀਤਾ। ਉਹ ਕਹਿੰਦਾ ਕਿ ਉਹਨੇ ਕੀ ਕੀਤਾ,
ਉਹ ਕਹਿੰਦਾ ਹੈ ਕਿ ਹਰ ਇੱਕ ਜਿਹੜਾ ਪਲੈਨਟ ਆ ਉਹ ਇੱਕ ਪਲੈਨਟ ਤੋਂ ਦੂਸਰੇ ਪਲੈਨਟ ਤੱਕ ਜਾਣ ਲਈ ਉਹਨੇ ਕੁਝ ਨੋਟਸ ਬਣਾਏ ਕਿ ਉਹਨਾਂ ਪਲੈਨਟਸ ਦੇ ਵਿੱਚ ਜਾਣ ਲਈ ਜਿਹੜੀ ਆ ਇੱਕ ਧੁਨ ਦੀ ਲੋੜ ਪੈਂਦੀ ਆ। ਮੈਂ ਬਹੁਤ ਡਿਟੇਲ 'ਚ ਨਹੀਂ ਜਾ ਰਹੀ, ਸਿਰਫ ਇੱਕ ਇੰਨਾ ਕਿ ਇੱਕ ਜਿੱਦਾਂ ਕਿ ਜਿਹੜਾ ਲੇਮੈਨ ਉਹਨੂੰ ਵੀ ਸਮਝ ਲੱਗ ਜੇ, ਉਹਨਾਂ ਧੁਨਾਂ ਦੀ ਉਹਨਾਂ ਨੋਟਸ ਨੂੰ, ਔਰ ਉਸੇ ਨੂੰ ਹੀ ਪਾਇਥਾਗੋਰੀਅਨ ਸਕੇਲ ਵੀ ਕਿਹਾ ਜਾਂਦਾ ਹੈ, ਜਿਹਦੇ ਉੱਪਰ ਬਹੁਤ ਸਾਰੀਆਂ ਧੁਨਾਂ ਚੱਲਦੀਆਂ। ਸੋ ਦੈਟ ਇਜ਼ ਦੀ ਇੰਪੋਰਟੈਂਸ ਆਫ ਜਿਹੜੀਆਂ ਮਿਊਜ਼ੀਕਲ ਹਾਰਮਨੀ ਆ ਉਹ ਸਾਡੇ ਯੂਨੀਵਰਸ ਵਾਸਤੇ। ਇਹ ਇੰਪੋਰਟੈਂਸ ਆ ਧੁਨਾਂ ਦੀ। ਹੁਣ ਆ ਜਾਓ ਤੁਸੀਂ ਇੱਕ ਓਂਕਾਰ ਦੇ ਉੱਤੇ। ਜਦੋਂ ਆਪਾਂ ਇੱਕ ਓਂਕਾਰ ਦੀ ਬਣਤਰ ਦੇਖਦੇ ਹਾਂ ਨਾ, ਤਾਂ ਬੇਸਿਕਲੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਕੋਡੀਫਾਈਡ ਲੈਂਗੁਏਜ ਆ, ਜਿਹਦੇ ਵਿੱਚ ਉਹ ਦੱਸਦੇ ਆ ਕਿ ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਤੁਹਾਨੂੰ ਕਿੱਦਾਂ ਦੇਣਾ ਆ, ਤੁਹਾਡੇ ਨਾਲ ਮੈਂ ਗੱਲ ਕਿੱਦਾਂ ਕਰਨੀ ਆ। ਏਕਾ ਧੁਨ ਅਤੇ ਊੜਾ ਵਰਡ। ਹੁਣ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਸਾਰੀ ਦੀ ਸਾਰੀ ਬਾਣੀ ਅੱਖਰਾਂ ਦੇ ਵਿੱਚ ਹੈਗੀ ਆ ਅਤੇ ਰਾਗਾਂ ਦੇ ਵਿੱਚ ਹੈਗੀ ਆ। ਸੋ ਇੱਕ ਤਾਂ ਉਹਨਾਂ ਨੇ ਤੁਹਾਨੂੰ ਦੱਸਤਾ ਕਿ ਮੇਰੀ ਲੈਂਗੁਏਜ ਇਹ ਹੋਊਗੀ। ਦੂਸਰੀ ਗੱਲ ਕਿਉਂ ਏਕੇ ਦੀ, ਕਿਉਂਕਿ ਜਿਹੜਾ ਇੱਕ ਧੁਨ ਆ ਸਾਰੀ ਦੁਨੀਆ ਨੂੰ, ਜਿੰਨਾ ਵੀ ਅੱਖਰ ਹੈ, ਜੋ ਵੀ ਵਰਡਸ ਨੇ, ਉਹਨੂੰ ਗਾਈਡ ਕੌਣ ਕਰ ਰਹੀ ਆ? ਉਹ ਇੱਕ ਧੁਨ। ਉਸ ਇੱਕ ਧੁਨ ਦੇ ਵਿੱਚੋਂ ਕਈ ਧੁਨਾਂ ਨਿਕਲ ਕੇ ਆ ਰਹੀਆਂ, ਕਈ ਹੋਰ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆ ਰਹੀਆਂ। ਹੁਣ ਇਹਦੀ ਇੰਪੋਰਟੈਂਸ ਸਮਝਿਓ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਕਿੱਦਾਂ ਸਮਝ ਆਉਂਦੀ ਆ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਬਾਣੀ ਉਹਨਾਂ ਨੇ ਰਚੀ, ਤਾਂ ਉਹਨਾਂ ਨੇ 19 ਰਾਗਾਂ ਵਿੱਚ ਬਾਣੀ ਲਿਖੀ ਆ। ਹੁਣ ਤੁਸੀਂ ਆਪਣੇ ਆਪ ਕੋਲ ਇੱਕ ਵਾਰੀ ਸਵਾਲ ਕਰਿਓ ਜੇ ਕਿ ਗੁਰੂ ਨਾਨਕ ਨੂੰ 19 ਰਾਗ ਕਿੱਥੋਂ ਆਏ? ਗੁਰੂ ਨਾਨਕ ਨੇ 19 ਰਾਗ ਕਿਵੇਂ ਸਿੱਖ ਲਏ? ਚਲੋ ਇਹ ਦੇ ਬਾਰੇ ਕੋਈ ਇਹ ਵੀ ਕਹਿ ਸਕਦਾ ਕਿ ਉਹ ਬਹੁਤ ਗਏ ਸੀ, ਬੜੀਆਂ ਜਗ੍ਹਾ 'ਤੇ ਗਏ, ਬਹੁਤ ਘੁੰਮੇ ਵੀ ਆ, ਤਾਂ ਹੋ ਸਕਦਾ ਉਹਨਾਂ ਨੇ ਕਿਤੇ ਨਾ ਕਿਤੇ ਰਾਗ ਜਿਹੜੇ ਉਹ ਗ੍ਰਹਿਣ ਕਰ ਲਏ ਹੋਣ। ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਕਿ ਭਾਈ ਜੇਠਾ ਜੀ ਕਰਕੇ ਪਹਿਲਾਂ ਜਾਣੇ ਜਾਂਦੇ ਆ ਔਰ ਘੁੰਗਣੀਆਂ ਵੇਚਦੇ ਆ, ਜਦੋਂ ਤੱਕ ਉਹ ਗੁਰੂ ਰਾਮਦਾਸ ਨਹੀਂ ਹੋ ਜਾਂਦੇ। ਜਦੋਂ ਗੁਰੂ ਰਾਮਦਾਸ ਉਹ ਹੋ ਜਾਂਦੇ ਆ, ਉਦੋਂ ਉਹ 30 ਰਾਗਾਂ ਦੇ ਵਿੱਚ ਬਾਣੀ ਲਿਖਦੇ ਆ, ਔਰ ਇਹਨਾਂ 30 ਰਾਗਾਂ ਦੇ ਵਿੱਚੋਂ 19 ਰਾਗ ਤਾਂ ਗੁਰੂ ਨਾਨਕ ਪਾਤਸ਼ਾਹ ਵਾਲੇ ਆ, ਬਾਕੀ 11 ਰਾਗ ਜਿਹੜੇ ਉਹ ਹੋਰ ਆ। ਉਹਨਾਂ ਵਿੱਚੋਂ ਵੀ 5 ਰਾਗ ਐਸੇ ਆ ਜਿਹੜੇ ਸਿਰਫ ਗੁਰੂ ਰਾਮਦਾਸ ਨੇ ਲਿਖੇ ਆ, ਜਿਹਦੇ ਵਿੱਚ ਉਹਨਾਂ ਨੇ ਆਪਣੀ ਬਾਣੀ ਉਚਾਰੀ ਆ। ਦੇਵਗੰਧਾਰੀ, ਬਿਹਾਗੜਾ, ਬੈਰਾੜੀ, ਨਟ ਨਾਰਾਇਣ ਅਤੇ ਕਲਿਆਣ, ਇਹ 5 ਜਿਹੜੇ ਹੈਗੇ ਆ, ਇਹ ਉਹਨਾਂ ਨੇ ਆਪ ਹੀ ਮਤਲਬ ਇਹ ਸਿਰਫ ਉਹਨਾਂ ਦੀ ਬਾਣੀ ਹੀ ਇਹਨਾਂ ਰਾਗਾਂ ਦੇ ਵਿੱਚ ਮਿਲਦੀ ਆ। ਹੁਣ ਇੱਥੇ ਜ਼ਰਾ ਧਿਆਨ ਦਿਓ ਕਿ ਜੋ ਇੱਕ ਬਾਲ ਅਵਸਥਾ ਦੇ ਵਿੱਚ ਘੁੰਗਣੀਆਂ ਵੇਚ ਰਿਹਾ ਹੈ, ਇੱਕ ਜਿਹਨੂੰ ਆਪਾਂ ਔਰਫਨ ਕਹਿ ਦਿੰਦੇ ਹਾਂ, ਉਹ ਆ ਜਿਹੜਾ ਆਪਣੀ ਸਿਰਫ ਦਾਦੀ ਨਾਲ ਰਹਿ ਰਿਹਾ ਹੈ, ਔਰ ਉਹ ਉਸ ਤੋਂ ਬਾਅਦ ਜਦੋਂ ਉਹ ਗੁਰੂ ਪਦਵੀ ਦੇ ਉੱਤੇ ਆਉਂਦਾ, ਅਤੇ ਫਿਰ ਉਹਦੇ ਕੋਲ ਇਹ ਗਿਆਨ ਕਿੱਥੋਂ ਆ ਗਿਆ? ਉਹਨੇ 30 ਰਾਗ ਉਹਨਾਂ ਨੇ ਕਿੱਥੋਂ ਸਿੱਖ ਲਏ? ਇਹਦਾ ਤੁਹਾਡੇ ਕੋਲ ਜਵਾਬ ਆਊਗਾ, ਕਿਉਂਕਿ ਉਹ ਜਦੋਂ ਏਕਾ ਸੀ ਨਾ, ਉਸ ਏਕ ਦੀ ਜੋਤ ਸੀ ਗੁਰੂ ਨਾਨਕ। ਉਸ ਏਕ ਦੇ ਵਿੱਚੋਂ ਹੀ ਸਾਰੀਆਂ ਧੁਨਾਂ ਨਿਕਲੀਆਂ। ਉਸ ਇੱਕ ਦੇ ਵਿੱਚੋਂ 19 ਰਾਗ ਨਿਕਲੇ। ਉਸਨੇ 19 ਰਾਗਾਂ ਦੇ ਵਿੱਚ ਕੀਤੀ। ਜਦੋਂ ਤੱਕ ਗੁਰੂ ਰਾਮਦਾਸ ਭਾਈ ਜੇਠਾ ਜੀ ਆ, ਉਦੋਂ ਤੱਕ ਉਹਨਾਂ ਦਾ ਰਾਗਾਂ ਨਾਲ ਕੋਈ ਇੰਨਾ ਖਾਸ ਲੈਣ ਦੇਣ ਨਹੀਂ। ਪਰ ਜਦੋਂ ਉਹ ਇੱਕ ਦੀ ਜਿਹੜੀ ਜੋਤ ਹੈ, ਜੋ ਗੁਰੂ ਨਾਨਕ ਦੀ ਜੋਤ ਹੈ, ਜਦੋਂ ਉਹ ਗੁਰੂ ਰਾਮਦਾਸ ਵਿੱਚ ਜਾਂਦੀ ਆ, ਤਾਂ ਉਹ 30 ਰਾਗਾਂ ਦੇ ਵਿੱਚ, ਯਾਨੀ ਕਿ ਉਸ ਇੱਕ ਜਿਹਦੇ ਵਿੱਚੋਂ ਸਾਰੀਆਂ ਧੁਨਾਂ ਨਿਕਲਦੀਆਂ ਆ, ਜੋ ਕਿ ਇੱਕ ਸੁਪਰੀਮ ਧੁਨ ਆ, ਉਹਦੇ ਵਿੱਚੋਂ ਦੀ ਉਹ 30 ਰਾਗ ਜਿਹੜੇ ਨੇ ਉਹ ਤੁਹਾਡੀ ਝੋਲੀ ਪਾ ਜਾਂਦੇ ਆ। ਸੋ ਬੇਸਿਕਲੀ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਗੁਰੂ ਨਾਨਕ ਇੱਕ ਆਰਡੀਨਰੀ ਮੈਨ, ਜਾਂ ਆਪਾਂ ਉਹਨਾਂ ਨੂੰ ਰੈਵੋਲਿਊਸ਼ਨਰੀ ਕਹਿ ਦਿੰਦੇ ਹਾਂ, ਜਾਂ ਕੁਛ ਵੀ ਕਹਿ ਦਿੰਦੇ ਹਾਂ, ਗੁਰੂ ਨਾਨਕ ਉਹ ਇੱਕ ਜਿਹੜਾ ਹੈ, ਜਿਹਨੂੰ ਆਪਾਂ ਕਹਿ ਦਈਏ ਕਿ ਉਹ ਇੱਕ ਜਿਹਦੇ ਵਿੱਚੋਂ ਜੋ ਆਪ ਧੁਨ ਹੈ, ਉਸ ਧੁਨ ਦੇ ਵਿੱਚੋਂ ਹੀ ਬਾਕੀ ਰਾਗ ਨਿਕਲ ਕੇ ਆਉਂਦੇ ਆ। ਉਹਨਾਂ ਨੂੰ ਕੋਈ ਰਾਗ ਸਿੱਖਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦਾ ਸਰੀਰ ਜਿਹੜਾ ਆ, ਉਹ ਜਿਹੜੀ ਬੋਡੀ ਆ, ਹੀ ਇਜ਼ ਦੀ ਇੰਬੋਡੀਮੈਂਟ ਆਫ ਦੈਟ ਵਨ। ਉਹ ਆਪ ਉਸ ਪੂਰੇ ਏਕੇ ਦੀ ਇੰਬੋਡੀਮੈਂਟ ਹੈਗੇ ਆ, ਔਰ ਉਸ ਸਰੀਰ ਦੇ ਵਿੱਚੋਂ ਕਿਉਂਕਿ ਉਹ ਆਪ ਧੁਨ ਰੂਪ ਹੈ, ਜਿਹਨੂੰ ਆਪਾਂ ਅੱਖਰ ਕਹਿੰਦੇ ਹਾਂ, ਜਿਹਨੂੰ ਆਪਾਂ ਵਰਡ ਕਹਿੰਦੇ ਹਾਂ, ਉਹ ਆਪ ਵਰਡ ਰੂਪ ਹੈ। ਉਸ ਧੁਨ ਦੇ ਵਿੱਚੋਂ ਜਿਹੜਾ ਮਰਜ਼ੀ ਰਾਗ ਨਿਕਲ ਸਕਦਾ ਸੀਗਾ। ਐਂਡ ਹੀ ਚੋਜ਼ 19 ਰਾਗ ਗੁਰੂ ਨਾਨਕ ਪਾਤਸ਼ਾਹ। ਫਿਰ ਅੱਗੇ ਗੁਰੂ ਅਮਰਦਾਸ ਜੀ ਵੀ ਹੈਗੇ ਆ, ਗੁਰੂ ਰਾਮਦਾਸ ਜੀ ਨੇ ਤੇ 30 ਰਾਗਾਂ ਦੇ ਵਿੱਚ ਬਾਣੀ ਲਿਖੀ ਆ। ਇਸੇ ਚੀਜ਼ ਨੂੰ ਥੋੜ੍ਹਾ ਹੋਰ ਸਮਝਿਓ ਜੇ। ਹੁਣ ਜਿਹੜਾ ਰਾਗ ਹੈ, ਜਿਹਦੀ ਮੈਂ ਪਾਇਥਾਗੋਰਸ ਦੀ ਫਿਰ ਤੋਂ ਤੁਹਾਨੂੰ ਉੱਥੇ ਲੈ ਕੇ ਚੱਲਦੀ। ਪਾਇਥਾਗੋਰਸ ਨੇ ਇੱਕ ਸਟਰਿੰਗ ਦੀ ਗੱਲ ਕੀਤੀ ਸੀਗੀ। ਤੁਸੀਂ ਸਿੱਖ ਧਰਮ ਦੇ ਵਿੱਚ ਤੰਤੀ ਸਾਜ਼ਾਂ ਦੀ ਗੱਲ ਵੀ ਸਮਝ ਕੇ ਦੇਖਿਓ ਕਿ ਮਰਦਾਨੇ ਦੀ ਰਬਾਬ ਉਹ ਵੀ ਸਟਰਿੰਗ ਦੇ ਨਾਲ ਚੱਲਦੀ ਆ। ਜਿੰਨੇ ਵੀ ਅੱਗੇ ਤੰਤੀ ਸਾਜ਼ ਆਉਂਦੇ ਨੇ, ਉਹ ਸਾਰੇ ਤੰਤੀ ਦਾ ਮਤਲਬ ਹੀ ਜਿਹੜਾ ਮਹਾਨ ਕੋਸ਼ ਦੇ ਵਿੱਚ ਦਿੱਤਾ ਗਿਆ, ਉਹ ਇਹੀ ਆ ਕਿ ਉਹ ਸਟਰਿੰਗ ਦੀ ਗੱਲ ਆ। ਤਾਂ ਉਹੀ ਸਟਰਿੰਗ ਜਿਹਨੂੰ
ਜਿਹਨੂੰ ਮੁੱਢ ਬਣਾ ਕੇ ਪਾਇਥਾਗੋਰਸ ਗੱਲ ਕਰਦਾ ਪੂਰੇ ਯੂਨੀਵਰਸ ਦੀਆਂ ਜਿਹੜੀਆਂ ਧੁਨਾਂ ਆ ਉਹਨਾਂ ਨੂੰ ਪਹਿਚਾਨਣ ਦੀ, ਉਸੇ ਹੀ ਉਹ ਇਸ ਇੱਕ ਸਟਰਿੰਗ ਜਿਹੜੀ ਆ ਉਹ ਸਿੱਖੀ ਦੇ ਵਿੱਚ ਕਿੱਡੀ ਮਹੱਤਵ ਰੱਖਦੀ ਆ, ਉਹ ਸਾਡੇ 33 ਸਾਜ਼ਾਂ ਦੇ ਵਿੱਚੋਂ ਆਊਗਾ। ਨਹੀਂ ਤਾਂ ਇਹ ਕਿੱਦਾਂ ਹੋ ਸਕਦਾ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਆ ਉਹ ਸਰੰਦਾ ਜਿਹੜਾ ਆਪ ਡਿਜ਼ਾਈਨ ਕਰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਤਾਊਸ ਡਿਜ਼ਾਈਨ ਕਰਦੇ ਆ, ਤੁਸੀਂ ਫੋਟੋਗ੍ਰਾਫਸ ਦੇਖ ਸਕਦੇ ਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਕਿੱਦਾਂ ਆ ਗਈਆਂ, ਉਹਨਾਂ ਨੂੰ ਮਿਊਜ਼ੀਕਲ ਜਿਹੜੀ ਸਮਝ ਆ, ਸੂਝ-ਬੂਝ ਆ, ਉਹ ਕਿੱਥੋਂ ਕਿਵੇਂ ਆਈ? ਕਿਉਂਕਿ ਉਹ ਆਪ ਧੁਨ ਰੂਪ ਸੀ, ਉਹ ਆਪ ਹੀ ਧੁਨ ਸੀ। ਔਰ ਜਦੋਂ ਉਹ ਧੁਨ ਜਿਹੜੀ ਆ ਉਹ ਆਪਣਾ ਸਰੀਰ ਬਦਲਦੀ ਗਈ, ਗੁਰੂ ਨਾਨਕ ਤੋਂ ਗੁਰੂ ਅਮਰਦਾਸ ਤੋਂ ਅੱਗੇ ਗੁਰੂ ਅੰਗਦ ਪਾਤਸ਼ਾਹ, ਫਿਰ ਅੱਗੇ ਰਾਮਦਾਸ ਜੀ, ਜਿਵੇਂ ਉਹ ਆਪਣੇ ਆਪ ਆਪਣਾ ਸਰੀਰ ਬਦਲਦੀ ਗਈ, ਉਹ ਜਿਹੜੀ ਧੁਨ ਆ ਉਹ ਅੱਗੇ ਜੋਤ ਰੂਪ ਦੇ ਵਿੱਚ ਅੱਗੇ ਚੱਲਦੀ ਗਈ। ਔਰ ਉਹਦੇ ਵਿੱਚੋਂ ਹੀ ਸਰੰਦੇ ਨਿਕਲੇ, ਉਹਦੇ ਵਿੱਚੋਂ ਹੀ ਤਾਊਸ ਨਿਕਲਿਆ, ਉਹਦੇ ਵਿੱਚੋਂ ਹੀ ਜਿਹੜੀ ਹੈਗੀ ਆ ਉਹ ਬਾਣੀ ਦੇ ਪੂਰੇ ਰਾਗ ਨਿਕਲੇ। ਹੁਣ ਇੱਥੋਂ ਤੱਕ ਤੇ ਗੱਲ ਹੋ ਜਾਂਦੀ ਆ ਕਿ ਏਕੇ ਦੀ। ਸੋ ਮੈਂ ਇਹਨੂੰ ਜਿਹੜਾ ਥੋੜ੍ਹਾ ਜਿਹਾ ਕਰਕਸ ਦੇ ਵਿੱਚ ਬੋਲਦਾ ਤਾਂ ਕਿ ਕੋਈ ਆਪਾਂ ਨੂੰ ਕਨਫਿਊਜ਼ਨ ਨਾ ਰਹੇ। ਤਾਂ ਜਿਹੜਾ ਏਕਾ ਹੈ ਨਾ, ਉਹ ਸਿਰਫ ਇੱਕ ਵੱਲ ਇਸ਼ਾਰਾ ਨਹੀਂ ਕਰਦਾ, ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਪੂਰੀ ਦੁਨੀਆ ਇੱਕ ਧੁਨ ਦੇ ਉੱਤੇ ਖੜੀ ਆ, ਔਰ ਉਸ ਧੁਨ ਦੇ ਵਿੱਚੋਂ ਜਿਹੜੀਆਂ ਅੱਗੇ ਰਾਗ ਨਿਕਲ ਰਹੇ ਨੇ ਉਹਨਾਂ ਦੇ ਨਾਲ ਹੀ ਦੁਨੀਆ ਬੱਝੀ ਹੋਈ ਆ। ਔਰ ਉਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ, ਕਿਉਂਕਿ ਉਹ ਇੱਥੋਂ ਸਮਝ ਆ ਜਾਊਗੀ ਕਿ ਉਹ ਇੰਨੇ ਰਾਗਾਂ ਦੇ ਵਿੱਚ ਜਦੋਂ ਬਾਣੀ ਰਚ ਦਿੰਦੇ ਆ, ਕਿਉਂਕਿ ਉਹ ਧੁਨ ਰੂਪ ਆਪ ਸੀ, ਉਹ ਇੱਕ ਰੂਪ ਇੱਕ ਧੁਨ ਉਹ ਆਪ ਸੀ। ਔਰ ਜਿਵੇਂ ਉਹ ਜਦੋਂ ਤੱਕ ਉਹਨਾਂ ਦੀ ਜਿਹੜੀ ਜੋਤ ਹੈ ਉਹ ਭਾਈ ਜੇਠੇ ਤੱਕ ਨਹੀਂ ਜਾਂਦੀ, ਜਿਵੇਂ ਮੈਂ ਪਹਿਲਾਂ ਬੋਲਿਆ, ਉਦੋਂ ਤੱਕ ਉਹ ਇੱਕ ਨੋਰਮਲ ਜਾਂ ਕਹਿ ਲਓ ਕਿ ਚੋਜ਼ਨ ਵਨ ਹੋ ਸਕਦੇ ਆ। ਪਰ ਜਦੋਂ ਉਹ ਜਿਹੜੀ ਏਕੇ ਦੀ ਜੋਤ ਉਹਨਾਂ ਵਿੱਚ ਪ੍ਰਵੇਸ਼ ਕਰਦੀ ਆ ਤਾਂ ਉਹਨਾਂ ਦੇ ਵਿੱਚੋਂ ਵੀ ਰਾਗ ਨਿਕਲ ਆਉਂਦੇ ਆ। ਸੋ ਬੇਸਿਕਲੀ ਇਹਦਾ ਮਤਲਬ ਜਿੰਨਾ ਕੁ ਮੈਨੂੰ ਸਮਝ ਆਇਆ ਉਹ ਇਹ ਆ। ਅਤੇ ਅੱਗੇ ਅਗਰ ਆਪਾਂ ਚੱਲੀਏ, ਗੁਰੂ ਅਰਜਨ ਦੇਵ ਪਾਤਸ਼ਾਹ ਹੁਣ ਇਸ ਗੱਲ ਨੂੰ ਕਲੀਅਰ ਕਿੱਦਾਂ ਹੁੰਦਾ ਆ। ਉਹ ਕਹਿੰਦੇ ਆ, ਓਅੰਕਾਰ ਏਕ ਧੁਨ ਏਕੇ ਰਾਗ ਅਲਾਪੇ, ਕਿ ਓਅੰਕਾਰ ਇੱਕ ਧੁਨ ਹੈ। ਠੀਕ ਹੈ ਜੀ। ਏਕੇ ਦੇ ਵਿੱਚੋਂ ਏਕਾ ਇਜ਼ ਅ ਸੁਪਰੀਮ ਧੁਨ, ਜਿਹੜੀ ਸਾਰਾ ਕੁਛ ਹਰ ਇੱਕ ਚੀਜ਼ ਨੂੰ ਮੋਡੀਫਾਈ ਕਰ ਰਹੀ ਹੈ, ਦੇਖ ਰਹੀ ਹੈ, ਜਿਹੜੀ ਹਰ ਇੱਕ ਤਰੀਕ, ਹਰ ਇੱਕ ਕੋਡ ਦੇ ਵਿੱਚ 0 ਤੋਂ 1 ਤੱਕ ਜਿੰਨੀਆਂ ਵੀ ਜਦੋਂ ਆਪਾਂ ਕਰਦੇ ਹਾਂ, ਜਿੰਨੀਆਂ ਵੀ ਧੁਨੀਆਂ ਹੈਗੀਆਂ ਉਹ ਇੱਕ ਆ, ਔਰ ਓਅੰਕਾਰ ਉਹਦੇ ਵਿੱਚੋਂ ਇੱਕ ਧੁਨ ਹੈ। ਅੱਗੇ ਆ ਜਾਈਏ 33 ਸਾਜ਼ਾਂ ਬਾਰੇ। ਜਦੋਂ ਗੁਰਬਾਣੀ ਦੇ ਵਿੱਚ ਆਪਾਂ ਪੁੱਛਦੇ ਹਾਂ ਤਾਂ ਗੁਰਬਾਣੀ ਇਹ ਗੱਲ ਕਲੀਅਰ ਕਰਦੀ ਹੈ ਕਿ 33 ਸਾਜ਼, ਤੰਤੀ ਯਾਨੀ ਕਿ ਇੱਕ ਸਟਰਿੰਗ। ਤਾਂ ਇਹਦੇ ਵਿੱਚ ਆ ਜਾਊਗਾ, ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ, ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ। ਦ ਸਟਰਿੰਗ ਹੈਜ਼ ਬਿਕਮ ਸਟੱਡੀ ਐਂਡ ਇਟ ਡਜ਼ ਨਾਟ ਬ੍ਰੇਕ। ਜਿਹੜੀ ਸਟਰਿੰਗ ਹੈ, ਉਹ ਜਿਹੜੀ ਤੰਤੀ ਹੈ, ਉਹ ਸਟੱਡੀ ਹੋ ਗਈ, ਉਹ ਟੁੱਟਦੀ ਨਹੀਂ। ਔਰ ਦਿਸ ਗਿਟਾਰ ਵਾਈਬਰੇਟਸ ਵਿਦ ਦੀ ਅਨਸਟਰਕ ਮੈਲੋਡੀ। ਇਹ ਜਿਹੜੀ ਉਹ ਤੰਤੀ ਉਹਨਾਂ ਦੇ ਆਪਣੇ ਅੰਦਰ ਦੀ, ਕਿਉਂਕਿ ਉਹ ਇੱਕ ਤੰਤੀ ਰੂਪ ਦੇ ਬਣ ਜਾਂਦੇ ਆ ਨਾ, ਉਹ ਜਿਹੜੀ ਹੈਗੀ ਆ ਉਸ ਗ੍ਰੇਟਰ ਮੈਲੋਡੀ ਦੇ ਨਾਲ ਇੱਕਮਿਕ ਹੋ ਗਈ ਆ। ਔਰ ਇਸ ਤੋਂ ਬਾਅਦ ਹੀਅਰਿੰਗ ਇਟ, ਉਸ ਮੈਲੋਡੀ ਨੂੰ ਸੁਣਨ ਤੋਂ ਬਾਅਦ ਦ ਮਾਈਂਡ ਬਿਕਮਸ ਪਰਫੈਕਟ, ਇਟ ਡਜ਼ ਨਾਟ ਵੇਵਰ ਐਂਡ ਇਟ ਇਜ਼ ਨਾਟ ਅਫੈਕਟਡ ਬਾਏ ਮਾਇਆ। ਇਸੇ ਦੇ ਵਿੱਚ ਹੀ ਅੱਗੇ ਚੱਲੀਏ ਤਾਂ ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਨ ਬਿਦ ਤ੍ਰਿਸ਼ਨਾ ਖੰਡੀ, ਕਿ ਗੁਰਮੁਖ ਹੋਵੇ ਤਾਂ ਜਿਹੜੀ ਸਟਰਿੰਗ ਹੈ ਉਹ ਵਾਈਬਰੇਟ ਕਰਦੀ ਆ ਉਸ ਇੱਕ ਦੇ ਨਾਲ, ਉਸ ਏਕੇ ਦੇ ਵਿੱਚ, ਉਸ ਏਕੇ ਦੇ ਨਾਲ ਇੱਕਮਿਕ ਹੋਣ ਲਈ ਉਦੋਂ ਕਰਦੀ ਆ ਉਹ। ਹੁਣ ਨਾ ਇਸ ਗੱਲ ਨੂੰ ਮੇਰੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਓਅੰਕਾਰ ਦੀ ਗੱਲ ਆਪਾਂ ਅਗਲੀ ਵਾਰੀ ਕਰਾਂਗੇ, ਪਰ ਇਸ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਮੇਰੇ ਨਾਲ ਸਮਝ ਕੇ ਦੇਖਿਓ ਕਿ ਜਦੋਂ ਅਗਲੀ ਵਾਰੀ ਤੁਸੀਂ ਇੱਕ ਓਅੰਕਾਰ ਕਹੋ ਨਾ, ਤਾਂ ਅੱਖਾਂ ਬੰਦ ਕਰਕੇ ਇਮੈਜਿਨ ਕਰਿਓ, ਹੁਣੀ ਚਾਹੇ ਕਰਕੇ ਦੇਖਿਓ ਕਿ ਜਦੋਂ ਤੁਸੀਂ ਇੱਕ ਕਹਿੰਦੇ ਆ ਤਾਂ ਇੱਕ ਨੂੰ ਅੱਖਰ ਜਾਣ ਕੇ ਨਾ ਕਹੋ, ਇੱਕ ਨੂੰ ਉਹ ਧੁਨ ਜਾਣ ਕੇ ਕਹੋ ਜਿਹੜੀ ਤੁਹਾਨੂੰ ਬ੍ਰਹਿਮੰਡ ਦੇ ਧੁਨਾਂ ਦੇ ਨਾਲ ਇੱਕਮਿਕ ਕਰਨ ਦੀ ਪੂਰੀ ਹਿੰਮਤ ਰੱਖਦੀ ਔਰ ਹੌਸਲਾ ਰੱਖਦੀ ਔਰ ਉਹਦੇ ਕੋਲ ਪਾਵਰ ਹੈ, ਕਿਉਂਕਿ ਉਹੀ ਉਹ ਇੱਕ ਹੈ ਨਾ। ਗੁਰੂ ਨਾਨਕ ਪਾਤਸ਼ਾਹ ਨੂੰ ਐਜ਼ ਅ ਮੈਨੀਫੈਸਟੇਸ਼ਨ, ਤੁਸੀਂ ਇਹਨੂੰ ਆਪਣੀ ਬੋਡੀ, ਆਪਣੀ ਲਾਈਫ ਦੇ ਵਿੱਚ ਮੈਨੀਫੈਸਟ ਕਰਨ ਲਈ ਉਸ ਇੱਕ ਨੂੰ ਅੱਖਾਂ ਬੰਦ ਕਰਕੇ ਇੱਕ ਓਅੰਕਾਰ ਜਦੋਂ ਵੀ ਬੋਲੋ, ਉਦੋਂ ਇੱਕ ਦੇ ਉੱਤੇ ਜਦੋਂ ਵੀ ਤੁਸੀਂ ਇੱਕ ਬੋਲੋ ਤਾਂ ਆਪਣੀ ਜਿਹੜੇ ਤੁਹਾਡੇ, ਜਿਹਨੂੰ ਤੁਸੀਂ ਚੱਕਰ ਕਹਿੰਦੇ ਆ, ਜਾਂ ਜੋ ਵੀ ਜਿਸ ਤਰੀਕੇ ਨਾਲ ਵੀ ਤੁਸੀਂ ਆਪਣੀ ਬੋਡੀ ਨੂੰ ਸਮਝਦੇ ਆ, ਤੁਸੀਂ ਇਹ ਮਾਈਂਡ ਨੂੰ ਤੁਸੀਂ ਇਹ ਸੋਚ ਕੇ ਦੇਖੋ ਕਿ ਤੁਸੀਂ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੁੰਦੇ ਆ। ਇੱਕ ਦੇ ਵਿੱਚੋਂ ਤੁਹਾਡੇ ਬੋਡੀ 'ਚੋਂ ਤਰੰਗਾਂ ਨਿਕਲਦੀਆਂ ਜਿਹੜੀਆਂ ਤੁਹਾਨੂੰ ਉਸ ਅਨਹਦ ਨਾਦ ਦੇ ਨਾਲ ਜੋੜਦੀਆਂ ਨੇ। ਇੰਨੀ ਗੱਲ ਕਹਿੰਦੀ ਹੋਈ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਅਗਲੀ ਵਾਰੀ ਫਿਰ ਮਿਲਦੇ ਹਾਂ। ਓਂਕਾਰ ਦੀ ਅਗਲੀ ਵਾਰੀ ਆਪਾਂ ਗੱਲ ਕਰਾਂਗੇ, ਕਿਉਂਕਿ ਅੱਜ ਮੇਰੇ ਕੋਲ ਟਾਈਮ ਥੋੜ੍ਹਾ ਘੱਟ ਰਹਿ ਗਿਆ, ਤਾਂ ਗੱਲ ਪੂਰੀ ਹੋਣੀ ਨਹੀਂ ਸੀ। ਤਾਂ ਇੱਥੋਂ ਤੱਕ ਤੇ ਅੱਜ ਸਿਰਫ ਏਕੇ ਨੂੰ ਹੀ ਆਪਾਂ ਸਮਝ ਸਕੇ ਹਾਂ। ਮੈਂ ਆਸ ਕਰਦੀ ਹਾਂ ਕਿ ਮੇਰੀ ਗੱਲ ਤੁਹਾਡੇ, ਜਾਂ ਮੈਂ ਆਪਣੀ ਗੱਲ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ ਹੋਊਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।